ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਕਰਨ ਜਾ ਰਹੇ ਹਾਂ ਮੈਥ ਦੀ ਐਕਸਰਸਾਈਜ਼। ਮੈਥ ਦੀ ਐਕਸਰਸਾਈਜ਼ ਜਿਹੜੀ ਆਪਾਂ ਕਰਨ ਜਾ ਰਹੇ ਹਾਂ ਉਹ ਹੈਗੀ ਅੱਜ ਆਪਣੀ ਪਰਸੈਂਟੇਜ। ਠੀਕ ਹੈ, ਪਰਸੈਂਟੇਜ ਜਿਹੜੇ ਅੱਜ ਜਿੰਨੇ ਸਵਾਲ ਹੋ ਗਏ ਇਸ ਤੋਂ ਬਾਅਦ ਜਿਹੜੇ ਬਾਕੀ ਸਵਾਲ ਰਹਿ ਗਏ, ਇਹ ਤੁਹਾਨੂੰ RS ਅਗਰਵਾਲ ਦਾ ਮੈਥ ਸੈਂਡ ਕੀਤਾ ਹੋਇਆ, ਉਹਦੇ ਵਿੱਚ ਜਿਹੜੇ ਬਾਕੀ ਸਵਾਲ ਰਹਿ ਗਏ ਉਹ ਤੁਸੀਂ ਕਰਨੇ ਆ। ਠੀਕ ਹੈ, ਅਤੇ ਬਾਕੀ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ, ਜਦੋਂ ਆਪਣੀ ਇਹ RS ਅਗਰਵਾਲ ਕਲੀਅਰ ਹੋ ਗਈ ਬੁੱਕ, ਜਿਹੜੇ ਟੌਪਿਕ ਹੈਗੇ ਆ ਬਾਅਦ ਵਿੱਚ ਮੈਂ ਤੁਹਾਨੂੰ ਕਿਰਨ ਦੀ ਬੁੱਕ ਕਰਵਾਊਂਗਾ, ਕਿਉਂਕਿ ਜਿਹੜੇ ਬੱਚੇ ਨੇ ਕਿਰਨ ਦੀ ਬੁੱਕ ਕਰ ਲਈ, ਠੀਕ ਹੈ, ਬਹੁਤ ਘੱਟ ਚਾਂਸ ਰਹਿ ਜਾਂਦਾ ਕਿ ਉਹ ਪੇਪਰ ਦੇ ਵਿੱਚ ਕੁਛ ਨਾ ਕਰਕੇ ਆਵੇ। ਤਾਂ ਕਰਕੇ ਸਿਰਫ ਇੱਕ ਕਨਸੈਪਟ ਸਮਝਾਉਣਾ ਹੁੰਦਾ। ਸਵਾਲ ਤਾਂ ਮੈਂ ਕਿਸੇ ਮਰਜ਼ੀ ਬੁੱਕ 'ਚੋਂ ਚੱਕ ਲਾਂ, ਠੀਕ ਹੈ, ਸਵਾਲ ਚੱਕਣ ਦੀ ਕੋਈ ਚੱਕਰ ਵਾਲੀ ਗੱਲ ਨਹੀਂ। ਸਵਾਲ ਤਾਂ ਹਜ਼ਾਰਾਂ ਬੁੱਕਾਂ ਪੰਗਾ ਸਵਾਲ ਚੱਕਣ ਵਾਸਤੇ, ਪਰ ਰੌਲਾ ਇਹ ਹੈ ਕਿ ਜਿੰਨਾ ਚਿਰ ਆਪਾਂ ਟੌਪਿਕ ਹੀ ਨਹੀਂ ਸਮਝਦੇ ਕਿਸੇ ਚੀਜ਼ ਦਾ, ਟੌਪਿਕ ਤਾਂ ਸਮਝੇ ਤੋਂ ਬਿਨਾਂ ਮੈਥ ਕਦੇ ਨਹੀਂ ਨਿਕਲਦਾ ਹੁੰਦਾ। ਹੁਣ ਇੱਕ ਸਵਾਲ ਤੋਂ 10 ਸਵਾਲ ਬਣ ਸਕਦੇ ਨੇ, ਇੱਕ ਸਵਾਲ ਤੋਂ 10 ਸਵਾਲ ਬਣ ਸਕਦੇ ਨੇ। 10 ਸਵਾਲ ਕਿਵੇਂ ਬਣਦੇ ਨੇ ਉਹ ਉਹੀ ਬੱਚਾ ਮਤਲਬ ਪਤਾ ਕਰਾ ਸਕਦਾ ਗਾ ਜਿਹੜੇ ਨੇ ਟੌਪਿਕ ਸਮਝਿਆ ਹੋਇਆ। ਮੈਥ ਦਾ ਕਨਸੈਪਟ ਹੀ ਇਹੀ ਹੈ ਕਿ ਟੌਪਿਕ ਸਮਝੋ। ਜਦੋਂ ਟੌਪਿਕ ਸਮਝ ਆ ਗਿਆ, ਸਾਰੀਆਂ ਚੀਜ਼ਾਂ ਐਟੋਮੈਟਿਕ ਤੁਹਾਡੇ ਦਿਮਾਗ ਦੇ ਵਿੱਚ ਬਹਿ ਜਾਣਗੀਆਂ। ਠੀਕ ਹੈ, ਅੱਜ ਆਪਾਂ ਮੈਥ ਦਾ ਇਹ ਭਈ ਆਪਣਾ ਪਰਸੈਂਟੇਜ ਦਾ ਆਖਰੀ ਲੈਕਚਰ ਹੈ, ਕਿਉਂਕਿ ਫਿਰ ਪੇਪਰ ਨੇੜੇ ਆ ਰਿਹਾ ਹੈਗਾ। ਇੱਕ ਵਾਰੀ ਆਪਾਂ ਟੌਪਿਕ ਕਲੀਅਰ ਕਰ ਲਈਏ, ਇਹ ਤੋਂ ਬਾਅਦ ਆਪਾਂ MCQ ਕਰਨੀ ਹੈ। ਇਹ ਤੋਂ ਬਾਅਦ ਥੋੜੀ ਪ੍ਰੈਕਟਿਸ ਕਰਵਾਉਂਦੀ ਹੈ। ਮੈਂ ਇੱਕ ਵਾਰੀ ਨਿਗਾਹ ਥਾਈ ਸਾਰੀਆਂ ਚੀਜ਼ਾਂ ਕੱਢ ਲਓ। ਦੋ ਚੀਜ਼ਾਂ ਹੁੰਦੀਆਂ ਪੁੱਤਰੋ, ਇੱਕ ਤਾਂ ਬੱਚਾ ਕਰੀ ਜਾਂਦਾ ਸਾਲ ਦੀ ਤਿਆਰੀ, ਇੱਕ ਸਾਲ ਦੀ ਤਿਆਰੀ ਕਰ ਰਿਹਾ, ਉਹ ਉਦੋਂ ਕਰਦਾ ਹੁੰਦਾ ਹਾਰਡ ਵਰਕ। ਤੁਹਾਨੂੰ ਬਹੁਤ ਵਾਰੀ ਦੱਸੀ ਇਹ ਚੀਜ਼ਾਂ। ਤੁਹਾਡੇ ਕੋਲ ਟਾਈਮ ਹੈਗਾ, ਸਾਲ ਪਿਆ, 1.5 ਸਾਲ ਪਿਆ, ਜਾਂ ਤੁਸੀਂ ਇਹ ਕਰਨਾ ਸੀ ਕਿ ਜਿਹੜੇ ਬੱਚੇ ਹੁਣ ਤਿਆਰੀ ਕਰਨ ਲੱਗਿਆ ਤੁਸੀਂ ਲੇਟ ਬਹੁਤ ਹੋਏ ਬੈਠੇ ਹੋ। ਤੁਸੀਂ ਅੱਜ ਤੋਂ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰਨੀ ਸੀ, ਸਾਲ ਪਹਿਲਾਂ, ਜਦੋਂ ਤੁਹਾਨੂੰ ਪਤਾ ਸੀ ਅਸੀਂ ਭਰਤੀ ਦੇਖਣੀ ਹੈ। ਚਲੋ ਕੋਈ ਚੱਕਰ ਨਹੀਂ, ਜੇ ਕਿਸੇ ਕਾਰਨ ਨਹੀਂ ਵੀ ਦੇਖਿਆ ਗਿਆ ਸਮਝ ਲਓ, ਜਾਂ ਤੁਹਾਨੂੰ ਕੋਈ ਵਧੀਆ ਪਲੇਟਫਾਰਮ ਨਹੀਂ ਮਿਲਿਆ, ਠੀਕ ਹੈ, ਉਹ ਤੁਹਾਡੀ ਗਲਤੀ ਹੈ ਨਹੀਂ ਉਹਦੇ ਵਿੱਚ। ਅਤੇ ਪਰ ਜਿਹੜਾ ਹੁਣ ਤੁਹਾਡੇ ਕੋਲ ਮਹੀਨੇ ਪਰ, ਇਹ 'ਚ ਤੁਹਾਨੂੰ ਹਾਰਡ ਵਰਕ ਤਾਂ ਕਰਨਾ ਪਊਗਾ। ਨਾ ਤਾਂ ਤੁਸੀਂ ਕਿਸੇ ਚੀਜ਼ ਦੇ ਵਿੱਚ ਕਹਿ ਸਕਦੇ ਹੋ ਕਿ ਮੈਥ ਔਖਾ ਸੀ ਛੱਡ ਦੇਈਏ, ਕਰੰਟ ਅਫੇਅਰ ਔਖਾ ਸੀ ਛੱਡ ਦੇਈਏ। ਛੱਡਣ ਵਾਲਾ ਤਾਂ ਚਾਂਸ ਕਿਤੇ ਨਹੀਂ ਰਿਹਾ। ਹੁਣ ਚੀਜ਼ਾਂ ਭਾਵੇਂ ਜ਼ਰੂਰੀ ਹੈ ਭਾਵੇਂ ਨਹੀਂ ਜ਼ਰੂਰੀ ਹੈ, ਕਰਨੀਆਂ ਤੁਹਾਨੂੰ ਸਾਰੀਆਂ ਪੈਣਗੀਆਂ। ਤਾਂ ਇਸ ਤੋਂ ਪਹਿਲਾਂ ਆਪਾਂ ਸਵਾਲ ਕਰਦੇ 69ਵਾਂ ਸਵਾਲ ਆਪਾਂ ਪਿਛਲੀ ਵਾਰ ਕਰ ਲਿਆ ਸੀ। ਅੱਜ ਆਪਾਂ 70ਵੇਂ ਸਵਾਲ 'ਤੇ ਗੱਲ ਕਰਦੇ ਹਾਂ। ਠੀਕ ਹੈ ਜੀ, ਦੇਖੋ ਆਪਾਂ 70ਵਾਂ ਸਵਾਲ ਕਿਵੇਂ ਹੱਲ ਕਰਦੇ ਹਾਂ। ਆਹ ਉਹਦੀ ਰਕਮ ਤੁਹਾਨੂੰ ਥੱਲੇ ਲਿਖ ਦਿੰਦਾ। ਦੇਖੋ ਜੀ, ਆ ਗਿਆ ਆਪਣੇ ਕੋਲ ਪ੍ਰਸ਼ਨ ਪੁੱਤਰੋ। ਠੀਕ ਹੈ ਜੀ, ਇਹ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ, ਕਹਿੰਦੇ ਇੱਕ ਵਸਤੂ ਦੇ ਮੁੱਲ ਦੇ ਵਿੱਚ 20% ਕਟੌਤੀ ਕਰ ਦਿੱਤੀ ਗਈ। ਇੱਕ ਵਸਤੂ ਦੇ ਮੁੱਲ ਦੇ ਵਿੱਚ 20% ਕਟੌਤੀ ਕਰ ਦਿੱਤੀ ਗਈ, ਤਾਂ ਉਸ ਨੂੰ ਪਹਿਲਾਂ ਵਾਲੇ ਮੁੱਲ 'ਤੇ ਵਾਪਸ ਲਿਆਉਣ ਲਈ ਕਿੰਨੇ % ਹੋਰ ਵਧਾਉਣਾ ਪਵੇਗਾ। ਦੇਖੋ ਕਹਿਣਾ ਕੀ ਚਾਹੁੰਦਾ ਇਹ। ਮੰਨ ਲਓ ਕਿ ਮੈਂ ਕੋਈ ਚੀਜ਼ ਲੈ ਕੇ ਆਇਆ ਸੀ 100 ਰੁਪਏ ਦੀ, ਉਹ ਮੈਂ ਕਿੰਨੇ ਦੀ ਕਰਤੀ, 80 ਦੀ ਕਰਤੀ। ਤੁਹਾਨੂੰ ਦੱਸਿਆ ਕਿ ਤੁਹਾਨੂੰ ਇਹ ਤਰੀਕੇ ਜਿਹੜੇ ਮੈਂ ਲਵਾ ਰਿਹਾ ਨਾ, ਇਹ ਸਾਰਾ ਤੁਸੀਂ ਮੈਥ ਛਾਲ ਮਾਰ ਲਓ ਜੇ ਤੁਹਾਨੂੰ ਕਿਸੇ ਨੇ ਤਰੀਕੇ ਲਵਾਤੇ ਇਹ, ਕਿਉਂਕਿ ਉਹਨਾਂ ਨੇ ਸਾਰਿਆਂ ਸਾਨੂੰ ਫਾਰਮੂਲੇ ਲਿਖਾਉਣੇ ਆ। ਇਹਦੇ ਫਾਰਮੂਲੇ ਵੀ ਨਹੀਂ ਕਿਹੜੇ ਹੁੰਦੇ ਆ, ਮੂਲ ਧਨ ਗੁਣਾ, ਦਰ ਗੁਣਾ, ਪਤਾ ਨਹੀਂ ਕੀ ਪਰਸੈਂਟੇਜ ਕਿਰਿਆ, ਵੇਚ ਮੁੱਲ, ਖਰੀਦ ਮੁੱਲ, ਆਮ ਕਰਦੇ ਬਾਹਲੇ ਫਾਰਮੂਲੇ ਹੁੰਦੇ ਆ। ਜਦੋਂ ਫਾਰਮੂਲੇ ਆਪਾਂ ਕਰਨਾ ਨਹੀਂ ਕੋਈ ਫਾਰਮੂਲਾ, ਤੁਹਾਨੂੰ ਦੱਸਿਆ ਹੈਗਾ, ਫਿਰ ਆਪਣੇ 'ਚ ਫਰਕ ਕੀ ਰਹੇਗਾ ਜੇ ਫਾਰਮੂਲੇ ਯਾਦ ਕਰਨੇ ਆ, ਹੈ ਨਾ। ਬਿਨਾਂ ਫਾਰਮੂਲੇ ਦਾ ਕਰੋ। ਦੇਖੋ ਸਿੱਧਾ ਤਰੀਕਾ ਹੈਗਾ। ਇੱਕ ਵਸਤੂ ਦੇ ਮੁੱਲ ਦੇ ਵਿੱਚ 20% ਕਟੌਤੀ ਕਰਤੀ, ਮਤਲਬ ਕਿੰਨੀ ਹੋ ਗਈ, 100% ਸੀ, 100 ਦੇ ਵਿੱਚੋਂ 20 ਘਟਾ ਤੇ ਕਿੰਨੇ ਹੋ ਗਏ। ਜੇ ਵ੍ਰਿੱਧੀ ਕਰੀ ਹੁੰਦੀ ਫਿਰ 100 ਦੇ ਵਿੱਚ ਜੋੜ ਦਿੰਦੇ। 100 ਤਾਂ ਆਪਾਂ ਮੰਨਣਾ ਗਾ ਜੇ ਵਧਾਇਆ ਵਾ ਹੁੰਦਾ। ਦੇਖੋ ਕਹਿੰਦੇ 100 ਦੇ ਵਿੱਚੋਂ 100 ਵਾਲੀ ਚੀਜ਼ 80 'ਚ ਮਿਲਣ ਲੱਗ ਗਈ, ਇਹਨੂੰ ਕੱਟ ਲਓ। 5 ਵਾਲੀ ਚੀਜ਼ ਕਿੰਨੇ 'ਚ ਮਿਲਣ ਲੱਗ ਗਈ ਆਪਾਂ ਨੂੰ, 4 'ਚ ਮਿਲਣ ਲੱਗ ਗਈ। 5 ਵਾਲੀ ਚੀਜ਼ ਮਿਲਣ ਲੱਗ ਗਈ 4 'ਚ। ਕਹਿੰਦੇ ਉਸੇ ਮੁੱਲ ਨੂੰ ਦੁਬਾਰੇ ਪਹਿਲਾਂ ਵਾਲੇ ਮੁੱਲ 'ਤੇ ਲਿਆਉਣਾ। 5 ਵਾਲੀ ਚੀਜ਼ 4 'ਤੇ ਮਿਲਦੀ ਸੀ, ਠੀਕ ਹੈ, ਕਹਿੰਦੇ ਇਹਦਾ ਮੁੱਲ ਦੁਬਾਰੇ ਫਿਰ ਪਹਿਲਾਂ ਵਾਲੇ, ਫਿਰ 4 ਤੋਂ 5 ਕਰ ਦਿਓ। 5 ਪਹਿਲਾਂ ਦਾ ਮੁੱਲ ਦਾ ਕੀ ਕਰਤਾ ਸੀ, 5 ਤੋਂ 4 ਕਰਾਤਾ ਸੀ। ਕਹਿੰਦਾ 100 ਦੇ ਵਿੱਚੋਂ ਜੇ 80% 20% ਕਟੌਤੀ ਕਰਤੀ ਸੀ, ਉਹ ਚੀਜ਼ ਦਾ ਮੁੱਲ 100 ਤੋਂ 80 ਦੇ ਕੇ ਜਦੋਂ ਆਪਸ 'ਚ ਕਟਾਏ ਤਾਂ 5 4 ਵੈਲੂ ਆ ਗਈ। ਕਹਿੰਦੇ ਮਤਲਬ 5 ਵਾਲੀ ਚੀਜ਼ 4 'ਚ ਵਿਕ ਰਹੀ ਸੀ। ਉਹ ਕਹਿੰਦੇ ਪਹਿਲਾਂ ਦਾ ਮੁੱਲ ਹੀ ਫੇਰ ਕਰਕੇ ਆਉਣਾ। ਆਪਾਂ ਕੀ ਕਰਤਾ, 4 ਵਾਲੀ ਚੀਜ਼ ਫਿਰ 5 'ਚ ਕਰਤੀ। ਠੀਕ ਹੈ, ਥੱਲੇ ਰੇਸ਼ੋ ਬਰਾਬਰ ਆ ਗਈ। ਹੁਣ ਕੀ ਕਰਨਾ, ਡਿਫਰੈਂਸ ਦੇਖ ਲਓ ਕਿੰਨਾ ਆ ਗਿਆ। ਡਿਫਰੈਂਸ 1 ਆ ਗਿਆ। ਜਦੋਂ ਆਪਾਂ ਆਹ ਚੀਜ਼ ਬਣ ਜੇ 5 ਤੋਂ 4, 4 ਤੋਂ 5, ਇਹ ਚੀਜ਼ ਬਣ ਜੇ ਅਤੇ ਥੱਲੇ ਆਹ ਚੀਜ਼ਾਂ ਬਰਾਬਰ ਹੋ ਜਾਣ, ਉਦੋਂ ਕੀ ਕਰਨਾ ਹੁੰਦਾ, ਦੋਨੇ ਚੀਜ਼ਾਂ ਦਾ ਡਿਫਰੈਂਸ ਲੈ ਲਏ। ਇਸ ਤੋਂ ਬਾਅਦ ਦੂਸਰੀ ਚੀਜ਼ ਚੱਕ ਲਈ ਜਿਹਦਾ ਰੇਟ ਘਟਿਆ ਜਾਂ ਵਧਿਆ। 4 ਲਿਖਤਾ, ਪਰਸੈਂਟ ਕੱਢਣ ਵਾਸਤੇ 100, ਤਾਂ ਇਹਦਾ ਆਨਸਰ ਭਾਈ 25% ਆ ਜਾਊਗਾ। ਠੀਕ ਹੈ, ਅੱਧੇ ਵਜੇ ਪਿਛਲੀ ਵਾਰ ਕਹਿੰਦੇ ਸਰ ਇੱਕ ਦੋ ਆਪਰੇਸ਼ਨ ਦੇ ਵਿੱਚ ਗਲਤੀ ਠੀਕ ਹੈ ਪੁੱਤਰੋ, ਰਕਮਾਂ ਟਾਲੋ ਤੁਸੀਂ ਉਹਨਾਂ ਦੀਆਂ, ਕੀ ਵੀ ਰਕਮਾਂ ਟਾਲਣੀਆਂ ਵਾਲੀਆਂ ਰਹਿ ਜਾਂਦੀਆਂ ਹੁੰਦੀਆਂ, ਮੈਂ ਸਿੱਧੀ ਕੱਢ ਦਿੰਦਾ ਹੁੰਦਾ ਰਕਮਾਂ। ਤੁਸੀਂ ਜੇ ਮਤਲਬ ਆਪਰੇਸ਼ਨ ਸਹੀ ਹੈ ਤਾਂ ਸਹੀ ਹੈ, ਜੇ ਨਹੀਂ ਸਹੀ ਹੁੰਦਾ ਰਕਮਾਂ ਟਾ ਦਿਓ ਬਸ। ਇਸ ਤੋਂ ਬਾਅਦ ਗਲਤੀ ਨਹੀਂ ਹੋਊਗੀ ਪੇਪਰ ਆਪਰੇਸ਼ਨ ਦੇ ਵਿੱਚ ਆਪਣੇ 'ਚ। ਠੀਕ ਹੈ, ਆਹ ਤਰੀਕਾ ਹੈਗਾ। ਜੇ ਤੁਸੀਂ ਭਾਈ ਦੂਸਰੇ ਤਰੀਕੇ ਲਾਉਣੇ ਹੋ, ਮੈਥ ਵਾਲੇ ਲਾਉਣੇ ਆ, ਤਾਂ ਫਿਰ ਭੁੱਲ ਜਾਓ ਕਿ ਤੁਸੀਂ ਮੈਥ ਉੱਥੇ 10-20 ਸਕਿੰਟਾਂ ਦੇ ਵਿੱਚ ਇੱਕ ਆਪਰੇਸ਼ਨ ਹੱਲ ਕਰ ਦੋਗੇ। ਫਿਰ ਤਾਂ ਤੁਹਾਨੂੰ ਉੱਥੇ ਪੀਂਘ ਲਿਜਾਣੀ ਪਊਗੀ, ਪੀਂਘ ਪਾ ਕੇ ਬਹਿ ਜਾਓ ਉੱਥੇ। ਠੀਕ ਹੈ ਪੁੱਤਰੋ, ਅਤੇ ਹੁਣ ਆਪਾਂ ਕੱਢਣ ਜਾ ਰਹੇ ਹਾਂ ਅਗਲਾ ਸਵਾਲ।
ਇਸ ਤੋਂ ਬਾਅਦ ਅਗਲਾ ਸਵਾਲ ਆ ਗਿਆ ਜੀ ਆਪਣੇ ਕੋਲੇ, ਇੱਕ ਵਸਤੂ ਦੀ ਦਲਾਲੀ ਦੀ ਦਰ, ਇੱਕ ਵਸਤੂ ਕੋਈ ਦਲਾਲੀ ਦੀ, ਕੋਈ ਬੰਦਾ ਦਲਾਲੀ ਕਰਕੇ ਉਹਨੂੰ ਵੇਚ ਰਿਹਾ ਅਤੇ ਪਹਿਲਾਂ ਤਾਂ ਦਲਾਲੀ ਮਿਲਦੀ ਸੀ ਉਹਦੀ 4%, ਪਰ ਬਾਅਦ ਵਿੱਚ ਉਹਦੀ ਦਲਾਲੀ ਵਧਾ ਕੇ 5% ਕਰਤੀ। ਕਹਿੰਦਾ ਮਤਲਬ ਪਹਿਲਾਂ ਕਿ ਉਹਨੂੰ 100 ਮਗਰ 4% ਦਲਾਲੀ ਮਿਲਦੀ ਸੀ ਇੱਕ ਵਸਤੂ ਮਗਰ, ਸਮਝ ਲਓ ਕਿ 4 ਰੁਪਏ ਮਿਲਦੇ ਸੀ, ਬਾਅਦ ਵਿੱਚ ਉਹਦੀ ਦਲਾਲੀ ਵਧਾ ਕੇ ਅਗਲੇ ਨੇ ਕਰਤਾ ਕਿ 5% ਦਲਾਲੀ ਦੇਵਾਂਗੇ ਭਾਈ ਤੈਨੂੰ। ਜੋ 5% ਦਲਾਲੀ ਦੇ ਦਿੱਤੀ, ਪਰ ਦਲਾਲ ਦੀ ਜਿਹੜੀ ਤਨਖਾਹ ਸੀ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ, ਤਾਂ ਉਸਦੇ ਵਪਾਰ ਵਿੱਚ ਕਿੰਨੀ ਕਮੀ ਆ ਗਈ। ਕਹਿੰਦਾ ਮਤਲਬ ਉਹਨੂੰ ਕੋਈ ਫਰਕ ਨਹੀਂ ਪਿਆ ਚੀਜ਼ ਨਾਲ, ਕਿ ਪਹਿਲਾਂ ਦੀ ਦਲਾਲੀ 4% ਸੀ, ਜਦੋਂ 5% ਕਰਤੀ ਉਹਨੂੰ ਕੋਈ ਫਰਕ ਨਹੀਂ ਪਿਆ। ਇਹਦਾ ਮਤਲਬ ਕਿ ਉਹਦੇ ਵਪਾਰ ਦੇ ਵਿੱਚ ਘਾਟ ਆ ਗਈ ਨਾ, ਕੋਈ ਕਮੀ ਰਹਿ ਗਈ, ਤਾਂ ਕਰਕੇ ਉਹਦੀ ਮਤਲਬ ਇਨਕਮ ਸੀ ਜਿਹੜੀ ਅੱਗੇ ਨਹੀਂ ਵੱਧ ਸਕੀ। ਤਾਂ ਉਹ ਆਪਾਂ ਦੇਖਦੇ ਹਾਂ ਕਿਵੇਂ ਕਰਨੀ ਹੈ। ਇਨਕਮ ਕਿੰਨੀ ਹੋ ਗਈ ਉਹਦੀ, 4 ਤੋਂ ਹੋ ਗਈ 5%, ਪਰ ਦਲਾਲੀ ਦੇ ਵਿੱਚ ਕੋਈ ਫਰਕ ਨਹੀਂ ਪਿਆ। ਇਹਦਾ ਮਤਲਬ ਇਨਕਮ ਕਿੰਨੀ ਹੋ ਜੂਗੀ, 5 ਤੋਂ 4 ਹੋ ਜੂਗੀ। ਠੀਕ ਹੈ, ਪਹਿਲਾਂ 4 ਤੋਂ 5 ਕਰਤੀ ਸੀ, ਅਤੇ ਬਾਅਦ ਵਿੱਚ ਜਦੋਂ ਕੋਈ ਫਰਕ ਨਹੀਂ ਪਿਆ ਸਮਝੋ 5 ਤੋਂ 4 ਹੋ ਗਿਆ। ਦੇਖੋ ਥੱਲੇ ਚੀਜ਼ਾਂ ਬਰਾਬਰ ਹੋ ਗਈਆਂ। ਕਹਿੰਦਾ ਮਤਲਬ ਪਹਿਲਾਂ ਵੀ ਇਹਨੂੰ 4% 'ਤੇ ਵੀ ਉਨੀ ਫਾਇਦਾ ਹੁੰਦਾ ਸੀ ਅਤੇ 20 'ਤੇ ਵੀ ਉਨੀ ਫਾਇਦਾ ਹੁੰਦਾ ਸੀ। ਤਾਂ ਹੁਣ ਬਸ ਕੀ ਕਰਨਾ, ਇਹਨਾਂ ਡਿਫਰੈਂਸ ਕੱਢ ਲਓ, 1/5% ਕੱਢਣਾ ਗਾ, ਇਹਨਾਂ ਡਿਫਰੈਂਸ ਕੱਢੀ ਤਾਂ ਹੁੰਦੀ, ਥੱਲੇ ਚੀਜ਼ਾਂ ਸੇਮ ਹੋ ਜਾਣ, ਬਾਅਦ ਵਿੱਚ ਆਹ ਚੀਜ਼ ਚੱਕ ਲਈ ਦੀ ਹੁੰਦੀ ਜਿਹੜੀ ਵਧੀ ਘਟੀ ਹੈ। ਇੱਕ ਡਿਫਰੈਂਸ ਹੋ ਗਿਆ, 5 ਆਹ ਲਾ ਲਿਆ ਗੁਣਾ 100, ਤਾਂ ਇਹਦਾ ਆਨਸਰ ਆ ਜਾਊਗਾ 20%। ਉਹਦੇ ਜਿਹੜਾ ਕਾਰੋਬਾਰ ਆ ਉਹਦੇ ਵਿੱਚ 20% ਕਮੀ ਆਉਣ ਕਰਕੇ ਕੀ ਹੋ ਗਿਆ, ਉਹਨੂੰ ਕੋਈ ਫਰਕ ਨਹੀਂ ਪਿਆ, ਜਿਹੜੀ ਉਹਦੀ ਮਤਲਬ ਆਹ ਵਧਾਈ ਹੈਗੀ ਤਨਖਾਹ, ਉਹ ਦਲਾਲੀ ਵਧਾਈ ਹੈ ਉਹਦੀ। ਠੀਕ ਹੈ, ਵਿਚਾਰੇ ਦੱਲੇ ਨਾਲ ਧੱਕਾ ਹੋ ਗਿਆ ਹੈ ਨਾ। ਦੇਖੋ ਮੇਰੇ ਬੱਚਿਓ, ਇਹ ਕਹਿੰਦੇ ਪਟਸਨ ਦੇ ਮੁੱਲ ਦੇ ਵਿੱਚ, ਪਟਸਨ 72ਵਾਂ ਸਵਾਲ ਹੈ ਇਹ, ਪਟਸਨ ਕੋਈ ਫਸਲ ਹੈ, ਉਹਦੇ ਮੁੱਲ ਦੇ ਵਿੱਚ ਕਹਿੰਦੇ ਜਦੋਂ 20% ਕਮੀ ਆ ਗਈ, ਤਾਂ ਇਹ ਕਮੀ ਆਉਣ ਦੇ ਨਾਲ ਜਿਹੜਾ ਮੁੱਲ ਆ ਉਹ ਕਿੰਨਾ ਰਹਿ ਗਿਆ, 800 ਰੁਪਏ ਰਹਿ ਗਿਆ। ਤਾਂ ਸ਼ੁਰੂ ਵਿੱਚ ਉਸ ਦਾ ਮੁੱਲ ਕਿੰਨਾ ਸੀ, ਦੇਖੋ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਸਾਰੇ ਤਾਂ ਹੀ ਤੁਹਾਨੂੰ ਮੈਂ ਰੇਸ਼ੋ 'ਤੇ ਨਾ ਥੋੜ੍ਹਾ ਤਾਂ ਸਭ ਤੋਂ ਵੱਧ ਮੈਂ ਪ੍ਰੈਕਟਿਸ ਤਾਂ ਕਰਵਾਈ ਸੀ ਰੇਸ਼ੋ ਦੀ, ਤੁਹਾਨੂੰ ਕਿ ਰੇਸ਼ੋ ਤੁਹਾਡਾ ਕੰਸੈਪਟ ਕਲੀਅਰ ਹੋ ਜਾਏ, ਕਿਉਂਕਿ ਆਪਾਂ ਸਾਰੇ ਸਵਾਲ ਹੀ A to Z ਜਿੰਨੀਆਂ ਇਕਾਈਆਂ ਵੀ ਹੈਗੀਆਂ ਮੈਥ ਦੀਆਂ 90% ਇਕਾਈਆਂ ਜਾਂ 80% ਇਕਾਈਆਂ ਆਪਾਂ ਰੇਸ਼ੋ ਮੈਥਡ ਨਾਲ ਹੀ ਹੱਲ ਕਰਨੀਆਂ। ਠੀਕ ਹੈ, ਫਾਰਮੂਲੇ ਵਾਲਾ ਜ਼ਮਾਨਾ ਗਿਆ ਜੋ ਲਾਈ ਜਾਂਦੇ ਹੁੰਦੇ ਸੀ ਮੂਲ ਧਨ ਗੁਣਾ ਦਰ ਗੁਣਾ ਸਮਾਂ, ਅਤੇ 3 ਸਾਲ ਇੱਧਰ ਹੋ ਗਏ ਜੀ, 2 ਸਾਲ ਇੱਧਰ ਹੋ ਗਏ, ਮੈਨਸ ਮੂਲ ਧਨ ਉਹ ਵੇਚ ਮੁੱਲ, ਮੈਨਸ ਖਰੀਦ ਮੁੱਲ, ਉਹ ਚੀਜ਼ਾਂ ਗਈਆਂ। ਹੁਣ ਚੱਲਦਾ ਹੁੰਦਾ ਸਮਾਰਟ ਵਰਕ। ਦੇਖੋ 2 ਮਿੰਟਾਂ 'ਚ ਸਵਾਲ ਹੱਲ ਕਰੀਏ ਆਪਾਂ 20 ਸਕਿੰਟਾਂ ਦੇ ਵਿੱਚ। ਪਰਸਨ ਦੇ ਮੁੱਲ ਵਿੱਚ ਕਿੰਨੀ ਕਮੀ ਕਰਤੀ, 20%, ਅਸਲ ਮੁੱਲ ਕਿੰਨਾ ਹੁੰਦਾ 100, ਜਦੋਂ 20% ਕਮੀ ਹੋ ਗਈ ਕਿੰਨੀ ਵੈਲਿਊ ਰਹੇਗੀ, 80 ਰਹੇਗੀ। ਕਹਿੰਦਾ ਮਤਲਬ 5 ਵਾਲੀ ਚੀਜ਼ ਦਾ ਮੁੱਲ ਕਿੰਨਾ ਕਰਤਾ ਇਹਨਾਂ ਨੇ, 4 ਕਰਤਾ। ਕਹਿੰਦੇ ਹੁਣ ਉਹਦਾ ਮੁੱਲ ਕਿੰਨਾ ਹੋ ਗਿਆ, ਹੁਣ ਉਹਦਾ ਮੁੱਲ ਹੋ ਗਿਆ 800। ਜਦੋਂ 5 ਵਾਲੀ ਚੀਜ਼ 4 ਦੀ ਕਰਤੀ ਤਾਂ ਉਹਦਾ ਮੁੱਲ ਕਿੰਨਾ ਹੋ ਗਿਆ, 800 ਹੋ ਗਿਆ। ਤਾਂ ਹੁਣ ਆਪਾਂ ਹਿੱਸੇ ਕੱਢ ਲਓ, ਇਹਦੇ ਕੋਲ 4 ਹਿੱਸੇ ਸੀ, ਇਹਦੇ ਕੋਲ 5 ਹਿੱਸੇ ਸੀ। ਜਦੋਂ ਆਪਾਂ 800 ਨੂੰ 4 'ਤੇ ਵੰਡਿਆ ਤਾਂ ਇੱਕ ਹਿੱਸੇ ਦੀ ਵੈਲਿਊ ਕਿੰਨੀ ਆ ਗਈ, 200। ਠੀਕ ਹੈ, ਜਦੋਂ ਆਪਾਂ 200 ਦੀ 4 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ ਆਨਸਰ, 800 ਆ ਜਾਊਗਾ। ਤਾਂ 200 ਦੀ ਗੁਣਾ ਹੀ ਇੱਥੇ ਕਰ ਦਿਓ, ਤਾਂ 1000 ਰੁਪਈਆ। ਪਹਿਲਾਂ ਉਹਦਾ ਮੁੱਲ ਕਿੰਨਾ ਸੀ, 1000 ਰੁਪਈਆ ਸੀ, ਅਤੇ ਹੁਣ ਉਹਦਾ ਮੁੱਲ ਕਿੰਨਾ ਹੋ ਗਿਆ, 800 ਰੁਪਈਆ ਹੋ ਗਿਆ। ਦੇਖੋ ਪੁੱਤਰੋ ਇੰਨਾ ਕੁ ਤਾਂ ਤੁਹਾਨੂੰ ਸਮਝਣਾ ਪਊ ਯਾਰ, ਇੰਨਾ ਕੁ ਤਾਂ ਤੁਹਾਨੂੰ ਸਮਝਣਾ ਪਊਗਾ। ਇਸ ਤੋਂ ਬਾਅਦ ਡਿਟੇਲ ਦੇ ਵਿੱਚ ਮੈਂ ਨਹੀਂ ਸਮਝਾ ਸਕਦਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਚੀਖ ਕੇ ਬੋਲੀ ਗਿਆ ਗਾ ਕਿ ਜਿਵੇਂ ਉਹ ਨਹੀਂ ਸੀ ਆਈ ਮੇਰੇ ਨਾਲ ਸਾਡੇ ਗਰੁੱਪ ਵਾਲੇ 'ਚ ਹੋਈ ਹੈ। ਉਹ ਮੇਰਾ ਗਰੁੱਪ ਬਣਾਇਆ ਹੋਇਆ ਸੀ ਆਪਣਾ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦੀ ਇਲੈਕਸ਼ਨ ਵਾਲਾ, ਉਹਦੇ ਵਿੱਚ ਮੈਂ 3-4 ਦਿਨ ਲਗਾਤਾਰ ਆਡੀਓ ਪਾਉਂਦਾ ਰਿਹਾ। ਮੈਂ ਕਿਹਾ ਭਾਈ ਜਿਹੜੇ ਬੰਦੇ ਨੇ ਉਹ SI ਦੀ ਭਰਤੀ ਬਾਰੇ ਪਟੀਸ਼ਨ ਪਾਉਣੀ ਹੈ ਕਿ ਉਹ ਪਾ ਸਕਦਾ। ਕਿਸੇ ਨੇ ਨਹੀਂ ਸੁਣੀ। ਸਮਝ ਲਓ ਕਿ 100 ਉਹ 'ਚ 150 ਬੱਚਾ ਐਡ ਹੈਗਾ, 150 ਤੋਂ ਉੱਪਰ ਹੈਗਾ, ਉਹਦੇ 'ਚ ਸਿਰਫ ਸੁਣੀ 15 ਜਣਿਆਂ ਨੇ, 15 ਜਣਿਆਂ ਨੇ ਸੁਣੀ, 15 ਜਾਂ 20 ਜਣਿਆਂ ਨੇ ਵੱਧ ਤੋਂ ਵੱਧ। ਜਿੱਦੇ RTI ਪਾਤੀ, ਹੁਣ ਘੱਟੋ ਘੱਟ ਮੈਨੂੰ 50-60 ਜਣਿਆਂ ਦੇ ਮੈਸੇਜ ਆ ਕੇ ਕਹਿੰਦੇ ਸਰ ਰੁਪਈਏ ਲੈ ਲਓ ਜੀ ਸਾਥੋਂ, ਸਾਨੂੰ ਵਿੱਚ ਐਡ ਕਰ ਲਓ, ਐਂ ਕਰ ਲਓ। ਹੁਣ ਐਡ ਹੋ ਹੀ ਨਹੀਂ ਸਕਦੇ ਜਦੋਂ ਇੱਕ ਵਾਰੀ ਪਟੀਸ਼ਨ ਪੈ ਗਈ। ਤਾਂ ਇਹ ਹੁੰਦੀ ਹੈ ਕਿ ਕੋਈ ਵੀ ਚੀਜ਼ ਮੈਂ ਜਦੋਂ ਕਹਿਣਾ ਹੁੰਦਾ ਧਿਆਨ ਨਾਲ ਸੁਣ ਲਈਦੀ ਹੁੰਦੀ ਹੈ। ਆਹ ਦੁਬਾਰੇ ਫੇਸ ਸਵਾਲ ਕਿਹੜਾ, ਦੇਖੋ ਕਿੰਨੀ ਕਮੀ ਹੋ ਗਈ ਪਰਸਨ ਦੇ ਮੁੱਲ ਦੇ ਵਿੱਚ, 100 ਤੋਂ ਲੈ ਕੇ 20% ਕਮੀ ਹੋ ਗਈ। 100 ਵਾਲੀ ਚੀਜ਼ ਕਿੰਨੀ ਰਹੇਗੀ, 80 ਦੀ। ਤਾਂ ਇਹਦੇ ਕੋਲ 5 ਹਿੱਸੇ ਆ ਗਏ, ਇਹਦੇ ਕੋਲ 4 ਹਿੱਸੇ ਆ ਗਏ, ਅਤੇ 4 ਹਿੱਸਿਆਂ ਦਾ ਮੁੱਲ ਕਿੰਨਾ ਸੀ ਪਹਿਲਾਂ, 800 ਸੀ। ਤਾਂ ਇੱਕ ਹਿੱਸਾ ਕੱਢਾਂਗੇ ਜਦੋਂ ਪਰਸ ਨੂੰ 4 'ਤੇ ਵੰਡਾਂਗੇ ਤਾਂ ਇੱਕ ਹਿੱਸਾ ਆ ਜਾਊਗਾ 200 ਦਾ। ਸਮਝ ਲਓ ਕਿ ਜੇ 200 ਦੀ 400 ਨਾਲ ਗੁਣਾ ਕਰਦੇ ਹਾਂ ਤਾਂ ਆਪਾਂ ਕਿੰਨਾ ਆ ਜਾਊਗਾ, 800। ਅਤੇ ਇਸੇ ਜਿੰਨੀ ਦੀ ਸੰਖਿਆ ਇੱਧਰ ਕਰਾਂਗੇ ਜਾਂ ਇੱਧਰ ਕਰਾਂਗੇ ਉਨੀ ਦੀ ਪਰਲੇ ਪਾਸੇ ਹੋ ਜਾਂਦੀ ਹੁੰਦੀ। 200 ਦੀ ਇਹਦੇ ਨਾਲ ਕਰ ਦਿਓ, ਤਾਂ 1000 ਰੁਪਈਆ ਭਾਈ ਇਹਦਾ ਆਨਸਰ ਆ ਗਿਆ। ਜਮਾਂ ਘਬਰਾਉਣ ਦੀ ਲੋੜ ਨਹੀਂ ਬੱਚੋ, ਜਮਾਂ ਵੀ ਘਬਰਾਉਣ ਦੀ ਲੋੜ ਨਹੀਂ। ਦੇਖੋ ਪੁੱਤਰੋ, ਕਹਿੰਦੇ ਖਾਦ ਤੇਲਾਂ ਦੇ ਵਿੱਚ 25% ਦਾ ਵਾਧਾ ਹੋ ਗਿਆ। ਜਿਵੇਂ ਤੁਹਾਨੂੰ ਪਤਾ ਹੁਣ ਸਰੋਂ ਦੇ ਤੇਲਾਂ ਦਾ ਮੁੱਲ ਵੱਧ ਗਿਆ, ਆਪਣੇ ਦੀ ਲਾ ਕੇ ਚੱਲਿਆ ਕਰੋ। ਕਹਿੰਦੇ ਸਰੋਂ ਤੇਲਾਂ ਦੇ ਮੁੱਲ ਦੇ ਵਿੱਚ 25% ਵਾਧਾ ਹੋ ਗਿਆ। ਕਹਿੰਦੇ ਹੁਣ ਆਪਾਂ ਆਪਣਾ ਖਰਚ ਕਿੰਨਾ ਘਟਾ ਦਈਏ ਕਿ ਆਪਣੀ ਆਮਦਨੀ 'ਤੇ ਕੋਈ ਫਰਕ ਨਾ ਪਵੇ। ਉਹਨਾਂ ਦਾ ਰੇਟ ਵਧਾਤਾ,
ਆਪਾਂ ਆਪਣੀ ਆਮਦਨੀ ਉੱਥੇ ਹੀ ਰੱਖਣੀ ਹੈ ਜਿੱਥੇ ਪਹਿਲਾਂ ਸੀ। ਆਪਾਂ ਥੋੜ੍ਹਾ ਖਰਚਾ ਕਿੰਨਾ ਘਟਾ ਕੇ ਤੇਲ ਦਾ ਉਹ ਦੇਖਦੇ ਹਾਂ। ਉਹੀ ਤਰੀਕਾ ਰੇਸ਼ੋ ਮੈਥਡ ਵਾਲਾ, ਕਹਿੰਦੇ ਕਿੰਨਾ ਵਾਧਾ ਹੋ ਗਿਆ ਖਾਦੇ ਤੇਲ 25% ਵਾਧਾ ਹੋ ਗਿਆ। ਅਸਲ 'ਚ ਕਿਸੇ ਵੀ ਚੀਜ਼ ਦਾ ਮੁੱਲ ਕਿੰਨਾ ਹੁੰਦਾ 100, 25% ਵਾਧਾ ਹੋ ਕੇ ਕਿੰਨੇ ਦੀ ਹੋ ਗਈ ਚੀਜ਼ 125 ਦੀ। ਰੇਸ਼ੋ ਕੱਢਾਂਗੇ 4 ਤੋਂ 5 ਹੋ ਗਈ, ਕੋਈ ਫਰਕ ਨਹੀਂ ਪੈਣਾ ਚਾਹੀਦਾ। ਠੀਕ ਹੈ, ਕਿੰਨੀ ਘਟਾ ਦੇਈਏ ਤਾਂ 5 ਤੋਂ ਜੋ 4 ਕਰਦੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦੇਖੋ ਥੱਲੇ ਸਾਰਾ ਕੁਛ ਬਰਾਬਰ ਹੋ ਗਿਆ ਨਾ, ਦੋਨੇ ਚੀਜ਼ਾਂ ਬਰਾਬਰ ਹੋ ਗਈਆਂ। ਸਮਝ ਗਏ ਗੱਲ? ਜੋ ਖਾਦ ਤੇਲ ਦਾ ਮੁੱਲ 25% ਵਧਾਤਾ ਤਾਂ ਸਾਨੂੰ ਤੇਲ ਦੀ ਖਪਤ ਕਿੰਨੀ ਘਟਾ ਦੇਣੀ ਚਾਹੀਦੀ ਹੈ? ਜੋ ਵਾਧਾ ਤਾਂ 4 ਤੋਂ 5 ਹੋ ਗਿਆ ਤਾਂ ਆਪਾਂ 5 ਤੋਂ 4 ਫੇਰ ਕਰ ਦਿਓ ਕਿ ਆਪਣਾ ਖਰਚਾ ਨਾ ਵਧਿਆ। ਦੇਖੋ ਖਰਚਾ ਬਰਾਬਰ ਹੀ ਹੋ ਗਿਆ ਦੋਨੇ ਚੀਜ਼ਾਂ ਦੇ। ਤਾਂ ਹੁਣ ਕਹਿੰਦੇ ਦੱਸੋ ਕਿੰਨੇ % ਸਾਡਾ ਖਰਚ, ਕਿ ਕਿੰਨੇ % ਕਮੀ ਕਰਨੀ ਚਾਹੀਦੀ ਆਪਾਂ ਨੂੰ ਕਿ ਆਪਣਾ ਖਰਚ ਨਾ ਵਧੇ। ਤਾਂ ਤੁਹਾਨੂੰ ਦੱਸਿਆ ਕਿ ਇਹਨਾਂ ਦੋਨਾਂ ਡਿਫਰੈਂਸ ਕੱਢ ਲਈਦਾ ਹੁੰਦਾ। ਕਿੰਨਾ ਆ ਗਿਆ? 1 ਆਹ ਚੀਜ਼ ਚੱਕ ਲਈ ਦੀ ਹੁੰਦੀ ਜਿਹੜੀ ਵਧੀ ਘਟੀ ਹੈਗੀ 5 ਗੁਣਾ 100 ਤਾਂ 20% ਭਾਈ ਇਹਦਾ ਆਨਸਰ ਆ ਗਿਆ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੱਢਦੇ ਹਾਂ 74ਵਾਂ ਸਵਾਲ। ਦੇਖੋ ਪੁੱਤਰੋ, ਕਹਿੰਦੇ ਕਿਸੇ ਵਸਤੂ ਦੇ ਵਿੱਚ 20% ਵਾਧਾ ਕਰਨਾ, ਕੋਈ ਵਸਤੂ ਦੀ ਕੀਮਤ ਉਹਦੇ 'ਚ 20% ਵਾਧਾ ਕਰਨ ਨਾਲ ਅਤੇ ਉਸ ਦੀ ਖਪਤ ਦੇ ਵਿੱਚ 20% ਕਮੀ ਕਰਨ ਦੇ ਨਾਲ ਕੀ ਫਰਕ ਪਊਗਾ? ਮਤਲਬ ਕਿਸੇ ਦੀ ਵਸਤੂ ਦਾ ਵਾਧਾ ਤਾਂ ਉਹਨੇ ਕਰਤਾ 20% ਦਾ ਵਾਧਾ ਕਰਤਾ, ਉਹਨਾਂ ਨੇ ਵਾਧਾ ਕਰਤਾ ਚੀਜ਼ ਦੇ ਵਿੱਚ, ਅਤੇ 20% ਦੀ ਕਮੀ ਕਰਤੀ ਤਾਂ ਵਸਤੂ ਦੇ ਵਿੱਚ ਕੀ ਫਰਕ ਪਊਗਾ? ਅੱਧੇ ਜਿਹੜੇ ਆਪਣੇ ਮਹਾਂਪੁਰਸ਼ ਜੀ ਆ ਉਹ ਕਹਿਣਗੇ ਜੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ 20% ਤਾਂ ਕਮੀ ਕਰਤੀ ਵਧਾਤਾ ਅਤੇ 20% ਕਮੀ ਕਰਤੀ ਤਾਂ ਕੋਈ ਫਰਕ ਨਹੀਂ ਪੈਣਾ, ਉਨੀ ਵਾਧਾ ਕਰਿਆ ਸੀ ਉਹਨਾਂ ਘਾਟਾ ਕਰਿਆ ਸੀ। ਉਹ ਚੀਜ਼ ਨਹੀਂ ਆਊਗੀ ਪੁੱਤਰੋ। ਜਦੋਂ ਕਿਸੇ ਚੀਜ਼ ਦਾ ਮੁੱਲ ਵੱਧ ਗਿਆ ਤਾਂ ਉਹ ਚੀਜ਼ ਹੋ ਗਈ 120 ਰੁਪਈਆਂ ਦੀ ਹੋ ਗਈ, ਤਾਂ ਜਦੋਂ ਉਹਦੇ ਮੁੱਲ ਘਟਾਵਾਂਗੇ ਤਾਂ ਮੁੱਲ ਵੀ ਘੱਟ ਜੂ, ਮੁੱਲ ਵੀ ਥੋੜ੍ਹਾ ਜਿਹਾ ਜ਼ਿਆਦਾ ਹੋਣ ਕਰਕੇ ਘਟੂਗਾ, ਪਰ ਬਾਹਲਾ ਨਹੀਂ ਘਟੂਗਾ। ਦੇਖੋ ਕਿਵੇਂ ਕਰੂ, ਕਿੰਨੇ % ਵਾਧਾ ਹੋਊਗਾ। ਮੈਥਡ ਆਪਾਂ ਉਹੀ ਰੇਸ਼ੋ ਵਾਲਾ ਲਾਉਣਾ। ਦੇਖੋ ਕਿਸੇ ਵਸਤੂ ਦੇ ਮੁੱਲ ਵਿੱਚ ਕਿੰਨਾ ਵਾਧਾ ਹੋ ਗਿਆ 20%, 100 ਤੋਂ ਕਿੰਨਾ ਵਾਧਾ ਹੋ ਗਿਆ 120 ਦਾ। ਤੁਸੀਂ ਖਪਤ ਦੇ ਵਿੱਚ ਕਿੰਨੀ ਕਮੀ ਹੋ ਗਈ 20%, ਕਿੰਨੀ ਹੋ ਗਈ 100 ਤੋਂ 80। ਓਕੇ, ਹੁਣ ਇਹਨੂੰ ਕੱਟ ਦਿਓ 5 ਤੋਂ 6, 5 ਤੋਂ 4। ਕਹਿੰਦੇ 5 ਤੋਂ 6 ਤਾਂ ਉਹਦੇ ਵਿੱਚ ਵਾਧਾ ਹੋ ਗਿਆ, 5 ਤੋਂ 4 ਉਹਦੇ ਵਿੱਚ ਕਮੀ ਹੋ ਗਈ। ਓਕੇ, ਅਤੇ ਹੁਣ ਆਪਾਂ ਕੀ ਕਰਨਾ? ਜੋੜ ਗੁਣਾ, ਆਪਸ ਵਿੱਚ ਗੁਣਾ ਕਰ ਦਿਓ ਇਹਨਾਂ ਦੀ। 5 5 25, 6 ਚੌਂਕਾ 24, 5 5 25, 6 ਚੌਂਕਾ 24। ਹੁਣ ਆਪਾਂ ਇਹਨੂੰ ਹੱਲ ਕਰਨਾ ਸਵਾਲ ਨੂੰ। ਇਹਦੇ ਵਿੱਚ ਕੀ ਕਹਿਣਾ ਚਾਹੁੰਦਾ ਉਹ ਆਪਾਂ ਨੂੰ? 1 ਮਿੰਟ, 20% ਕਮੀ ਕਰੀ ਹੈ ਹੈ ਨਾ। 1 ਮਿੰਟ ਸਹੀ ਆ ਪੁੱਤਰੋ ਸਵਾਲ, ਠੀਕ ਹੈ। ਅਤੇ ਕਿੰਨੇ ਦੀ ਕਮੀ ਹੋ ਗਈ? ਕਹਿੰਦਾ 25 ਵਾਲੀ ਚੀਜ਼ ਕਿੰਨੇ ਦੀ ਵਿਕ ਰਹੀ ਹੈ? ਉਹਦੀ 24 ਵਾਲੀ ਵਿਕ ਰਹੀ ਹੈ। 25 ਦੀ ਚੀਜ਼ ਕਿੰਨੇ ਦੀ ਵਿਕ ਰਹੀ ਹੈ? 24 ਵਾਲੀ। ਡਿਫਰੈਂਸ ਕਿੰਨਾ ਆ ਗਿਆ ਵਿਚਾਲੇ? 1। ਠੀਕ ਹੈ, ਪੁੱਛ ਕੀ ਰਹੇ ਆ ਉਹ ਕਿ ਵਸਤੂ ਦੇ ਵਿੱਚ ਕੁੱਲ ਕਿੰਨੀ ਪ੍ਰਾਪਤੀ ਹੋਈ ਹੈ? 1/25 ਗੁਣਾ 100 ਤਾਂ 4% ਦੀ ਭਾਈ ਕਮੀ ਹੋਈ ਹੈ, ਕਿਉਂਕਿ 25 ਤੋਂ ਚੀਜ਼ 4 ਹੋ ਰਹੀ ਹੈ। ਪਤਾ ਆਪਾਂ ਕਰਨਾ ਇੱਥੋਂ ਮੁੱਲ, ਤਾਂ 1/25 ਗੁਣਾ 100 ਅਤੇ 4% ਦੀ ਭਾਈ ਕੀ ਹੋਈ ਹੈ? ਇਹਦੇ ਵਿੱਚ ਕਮੀ ਹੋਈ ਹੈ। ਜੇ ਇੱਥੇ ਮਤਲਬ 24 ਤੋਂ 25 ਹੁੰਦਾ ਫਿਰ 4% ਦੀ ਵ੍ਰਿੱਧੀ ਹੁੰਦੀ। ਠੀਕ ਹੈ, ਉਹ ਆਪਾਂ ਦੇਖਣਾ ਪੇਪਰ ਦੀ ਪਰੀਖਿਆ ਦੀ ਸਿਚੁਏਸ਼ਨ ਕਿਹੜੇ ਹਿਸਾਬ 'ਤੇ ਹੈ ਅਤੇ ਕੀ ਕਹਿ ਰਿਹਾ ਉਹ। ਠੀਕ ਹੈ, ਅਤੇ ਹੁਣ ਭਾਈ ਇਸ ਤੋਂ ਜਿਹੜਾ ਅਗਲਾ ਪ੍ਰਸ਼ਨ ਹੈ ਉਹ ਤੁਸੀਂ ਕਰਨਾ ਗਾ। ਨਹੀਂ ਔਖਾ ਥੋੜ੍ਹਾ ਜਿਹਾ, ਮੈਂ ਹੀ ਕਰਕੇ ਦਿੰਦਾ ਤੁਹਾਨੂੰ। ਦੇਖੋ ਬੱਚਿਓ, ਇਹ ਸਵਾਲ ਕਿਵੇਂ ਨਿਕਲਣਾ? ਇਹ ਸਵਾਲ ਥੋੜ੍ਹਾ ਲੈਂਥੀ ਜਾਊਗਾ। ਐਂ ਕਰੋ, ਤੁਸੀਂ ਕਾਪੀ ਪੈਨ ਚੱਕ ਲਓ, ਇੱਕ ਕਾਪੀ ਪੈਨ ਚੱਕ ਲਓ। ਕੱਢਾਂਗੇ ਆਪਾਂ ਰੇਸ਼ੋ ਵਾਲੇ ਮੈਥਡ ਨਾਲ ਹੀ ਸਵਾਲ। ਇਹ ਕਾਪੀ ਪੈਨ ਚੱਕਣ ਦੀ ਲੋੜ ਪਊਗੀ। ਕਿਉਂ ਲੋੜ ਪਊਗੀ ਕਾਪੀ ਪੈਨ ਚੱਕਣ ਦੀ? ਕਿਉਂਕਿ ਇਹ ਸਵਾਲ ਥੋੜ੍ਹਾ ਲੈਂਥੀ ਜਾਣ ਲੱਗਿਆ। ਠੀਕ ਹੈ, ਵੈਸੇ ਸਵਾਲ ਬਹੁਤ ਸੌਖਾ, ਕੱਢਾਂਗੇ ਆਪਾਂ ਰੇਸ਼ੋ ਵਾਲੇ ਮੈਥਡ ਨਾਲ ਹੀ। ਦੇਖੋ ਜੀ, ਜਿਹਨੇ ਇੱਕ ਦੁਕਾਨਦਾਰ 45 ਰੁਪਈਆਂ ਦੀ ਕਾਪੀ ਵੇਚਦਾ ਹੈ, ਨਾਲ ਲਿਖੀ ਚੱਲਿਓ ਕਿਉਂਕਿ ਜਗ੍ਹਾ ਘੱਟ ਆਪਣੇ ਕੋਲ। ਇੱਕ ਦੁਕਾਨਦਾਰ ਕੀ ਕਰ ਰਿਹਾ ਹੈਗਾ 45 ਰੁਪਈਆਂ ਦੀ ਕਾਪੀ ਵੇਚਦਾ ਹੈ ਤਾਂ 4% ਲਾਭ ਕਮਾਉਂਦਾ ਹੈ। 45 ਰੁਪਈਆਂ ਦੀ ਕਾਪੀ ਵੇਚ ਕੇ 4% ਲਾਭ ਕਮਾ ਰਿਹਾ, ਉਹਦੇ ਵਿੱਚੋਂ ਹੀ ਕਮਾ ਰਿਹਾ ਲਾਭ ਇਹ। ਠੀਕ ਹੈ ਜੀ, ਕਿਤੇ ਉਹਦੇ ਵਿੱਚੋਂ ਹੀ ਕਮਾ ਰਿਹਾ ਲਾਭ। ਅਤੇ ਇੱਕ ਪੈਨਸਲ ਬਾਕਸ ਵੇਚ ਕੇ, ਪੈਨਸਲ ਬਾਕਸ 80 ਰੁਪਈਆਂ ਦਾ ਵੇਚਦਾ ਹੈ ਤਾਂ 20% ਲਾਭ ਕਮਾ ਰਿਹਾ, ਮਤਲਬ 80 ਰੁਪਈਆਂ ਦੇ ਵਿੱਚੋਂ 20% ਲਾਭ ਕੱਢੀ ਜਾਂਦਾ ਉਹਦਾ। ਜੇਕਰ ਉਹ ਪ੍ਰਤੀ ਦਿਨ 10 ਕਾਪੀਆਂ ਅਤੇ 6 ਪੈਨਸਲ ਬਾਕਸ ਵੇਚੇ ਤਾਂ 2 ਹਫ਼ਤਿਆਂ ਦੇ ਵਿੱਚ ਬਾਅਦ ਉਸਨੂੰ ਕਿੰਨਾ ਧਨ ਮਿਲੇਗਾ? ਠੀਕ ਹੈ ਜੀ, ਇਹ ਚੀਜ਼ ਦੀ ਗੱਲ ਕਰਨੀ ਹੈ ਹੁਣ ਆਪਾਂ। ਦੇਖੋ ਬਸ ਪ੍ਰਸ਼ਨ ਲਿਖੀ ਚੱਲੋ ਨਾਲ ਦੇ ਨਾਲ। ਸਭ ਤੋਂ ਪਹਿਲਾਂ ਕੀ ਕਰਦਾ, 45 ਰੁਪਈਆਂ ਦੀ ਕਾਪੀ ਵੇਚਦਾ। 45 ਰੁਪਏ ਦੀ ਕਾਪੀ ਵੇਚ ਕੇ ਕਿੰਨਾ ਲਾਭ ਕਮਾਉਂਦਾ? 4%। ਆਪਾਂ ਦੇਖ ਲਈ 45 ਦਾ 4% ਕਿੰਨਾ ਹੋ ਗਿਆ? 45 ਗੁਣਾ 4 ਉੱਪਰ ਲੱਗ ਗਿਆ, 100 ਥੱਲੇ ਲੱਗ ਗਿਆ। ਆਹ ਕੱਟੇ ਗਏ 25 ਨਾਲ, 5 5 25,
9 5 45, ये आ गया 9/5। 9 ਨੂੰ ਵਿੱਚ ਰੱਖ ਲਿਆ, 5 ਨੂੰ ਇੱਧਰ ਰੱਖ ਲਿਆ, 1 5 5 ਪੁਆਇੰਟ ਲਾਤਾ 0 ਦਾ, 8 5 40। ਕਹਿਣ ਦਾ ਮਤਲਬ ਕੀ ਹੈ ਪੁੱਤਰੋ ਕਿ ਉਹ 1 ਰੁਪਈਆ 80 ਪੈਸੇ 1 ਰੁਪਈਆ 80 ਪੈਸੇ ਲਾਭ ਕਮਾ ਰਿਹਾ ਕਾਹਦੇ 'ਚੋਂ 45 ਰੁਪਈਆਂ ਦੇ ਵਿੱਚ, 45 ਰੁਪਏ ਦੀ ਵੇਚ ਕੇ। ਤਾਂ ਦੇਖੀਏ ਆਪਾਂ ਅਸਲ 'ਚ ਮੁੱਲ ਕਿੰਨੇ ਦੀ ਲੈ ਕੇ ਆਇਆ ਉਹ। ਇੱਧਰ ਹੱਥ ਲੱਗਿਆ 2 4 3। ਦੇਖੋ ਬੱਚਿਓ, ਪੈਨਸਲ ਬਾਕਸ ਲੈ ਕੇ ਆਇਆ ਉਹ 43 ਰੁਪਏ 20 ਪੈਸਿਆਂ ਦਾ। 43 ਰੁਪਏ 20 ਪੈਸਿਆਂ ਦਾ ਉਹ ਪੈਨਸਲ ਬਾਕਸ ਲੈ ਕੇ ਆਇਆ ਗਾ। ਅਤੇ ਵੇਚ ਕਿੰਨਾ ਰਿਹਾ ਉਹਨੂੰ 45 ਰੁਪਈਆਂ ਦਾ। ਵੇਚ ਕਿੰਨਾ ਰਿਹਾ 45 ਰੁਪਏ। 4320 ਦੀ ਤਾਂ ਉਹ ਚੀਜ਼ ਲੈ ਕੇ ਆਇਆ ਅਤੇ ਵੇਚ ਰਿਹਾ ਉਹ ਕਿੰਨੇ ਦਾ 45 ਰੁਪਈਆਂ ਦਾ। ਇਹਦਾ ਰੇਟ ਤਾਂ ਕਲੀਅਰ ਹੋ ਗਿਆ ਇੱਕ ਪਾਸਿਓਂ ਆਪਾਂ ਨੂੰ। ਹੁਣ ਇਹਦਾ ਪਤਾ ਲੱਗ ਗਿਆ ਇੰਨੀ ਦੀ ਚੀਜ਼ ਲਿਆ ਕੇ ਇੰਨਾ ਲਾਭ ਕਮਾ ਰਿਹਾ ਉਹ, 1.80 ਰੁਪਏ ਦਾ ਲਾਭ ਕਮਾ ਰਿਹਾ। ਇਸ ਤੋਂ ਬਾਅਦ ਕਹਿੰਦੇ ਕਿ ਪੈਨਸਲ ਬਾਕਸ 80 ਰੁਪਏ ਦਾ ਵੇਚ ਕੇ ਲੈ ਕੇ ਆਉਂਦਾ, 80 ਰੁਪਏ ਦਾ ਲੈ ਕੇ ਆਇਆ ਅਤੇ ਉਹਦੇ 'ਚ ਕਿੰਨਾ ਲਾਭ ਕਮਾਇਆ ਉਹਨੇ 20% ਲਾਭ ਕਮਾਇਆ। ਕਹਿੰਦਾ ਮਤਲਬ ਕਿੰਨੇ ਲਾਭ ਕਮਾ ਰਿਹਾ 16 ਰੁਪਏ ਲਾਭ ਕਮਾ ਰਿਹਾ। 80 ਦੇ ਵਿੱਚੋਂ 16 ਘਟਾਏ 64। ਕਹਿੰਦਾ ਮਤਲਬ ਕਿ ਜਿਹੜਾ ਪੈਨਸਲ ਬਾਕਸ ਅਸੀਂ ਲੈ ਕੇ ਤਾਂ ਉਹ 64 ਰੁਪਈਆਂ ਦਾ ਆਇਆ ਸੀ, ਵੇਚ ਕਿੰਨੇ ਦਾ ਰਿਹਾ ਹੈਗਾ ਉਹ 80 ਰੁਪਈਆਂ ਦਾ। ਦੋ ਚੀਜ਼ਾਂ ਕਲੀਅਰ ਹੋ ਗਈਆਂ, ਇਹਦਾ ਰੇਟ ਵੀ ਆ ਗਿਆ, ਇਹਦਾ ਰੇਟ ਵੀ ਆ ਗਿਆ ਆਪਣੇ ਕੋਲ। ਹੁਣ ਆਪਾਂ ਅੱਗੇ ਸਵਾਲ ਹੱਲ ਕਰਦੇ ਹਾਂ। ਠੀਕ ਹੈ, ਇਹਦਾ ਉਲਝਣ ਵਾਲੀ ਲੋੜ ਨਹੀਂ, ਸਵਾਲ ਸੌਖਾ ਬਹੁਤ ਹੈਗਾ। ਤਾਂ ਤੁਹਾਨੂੰ ਕਹਿੰਦਾ ਕਾਪੀ ਕੋਲੇ ਰੱਖਿਆ ਕਰੋ ਨਾ, ਫਿਰ ਸੌਖਾ ਹੋ ਜਾਂਦਾ ਕਰਾਉਣਾ। ਇੱਕ ਨਾ ਮਟੇ ਦਾ ਮੈਂ ਯਾਰ ਇਹ ਜੋ ਕਲੀਅਰ ਹੋ ਗਿਆ ਸੀ ਨਾ 43 ਰੁਪਏ 20 ਪੈਸੇ ਦੀ ਤਾਂ ਉਹ ਕਾਪੀ ਲੈ ਕੇ ਆਇਆ। 43 ਰੁਪਏ 2 ਪੈਸੇ ਲਿਖ ਲਓ ਯਾਰ, 20 ਦੇ ਵਿੱਚ ਉਲਝ ਜਾਓਗੇ, ਇੱਕ ਹੀ ਗੱਲ ਹੋਣੀ ਹੈ। ਵੇਚ ਕਿੰਨੀ ਰਿਹਾ ਉਹ 45 ਦੀ। ਬਾਅਦ ਵਿੱਚ ਕੀ ਕਰਿਆ ਪੈਨਸਲ ਬਾਕਸ ਲੈ ਕੇ ਤਾਂ 80 ਰੁਪਈਆਂ ਦਾ, ਵੇਚ ਕਿੰਨੇ ਨਾ ਲੈ ਕੇ ਤਾਂ 64 ਰੁਪਈਆਂ ਦਾ, ਵੇਚ ਕਿੰਨਾ ਰਿਹਾ 80 ਰੁਪਈਆਂ ਦਾ। ਠੀਕ ਹੈ, ਆਹ ਤਾਂ ਆ ਗਿਆ ਕਾਹਦਾ ਮੁੱਲ ਕਾਪੀ ਦਾ, ਆ ਗਿਆ ਪੈਨਸਲ ਬਾਕਸ ਦਾ ਮੁੱਲ। ਕਹਿੰਦੇ ਜੇਕਰ ਉਹ ਪ੍ਰਤੀ ਦਿਨ 10 ਕਾਪੀਆਂ ਅਤੇ 6 ਪੈਨਸਲ ਬਾਕਸ ਵੇਚਦਾ, ਪ੍ਰਤੀ ਦਿਨ ਵੇਚ ਰਿਹਾ ਤਾਂ ਉਹਨੂੰ ਕਿੰਨਾ ਲਾਭ ਹੋ ਰਿਹਾ, ਕਹਿੰਦੇ ਕਿੰਨਾ ਧਨ ਕਮਾ ਰਿਹਾ। ਸਭ ਤੋਂ ਪਹਿਲਾਂ ਆਪਾਂ 43 ਰੁਪਏ 2 ਦੀ ਤਾਂ 43 ਰੁਪਏ 2 ਪੈਸਿਆਂ ਦੀ ਤਾਂ ਉਹ ਲੈ ਕੇ ਆਇਆ ਨਾ ਕਾਪੀ। ਕਿੰਨੀਆਂ ਕਾਪੀਆਂ ਵੇਚ ਰਿਹਾ ਡੇਲੀ ਉਹ 10 ਕਾਪੀਆਂ ਵੇਚ ਰਿਹਾ। ਤਾਂ ਕਿੰਨੇ ਦੀਆਂ ਹੋ ਗਈਆਂ ਕਾਪੀਆਂ 432 ਰੁਪਈਆਂ ਦੀਆਂ। ਅਤੇ ਡੇਲੀ ਉਹ ਕੀ ਵੇਚ ਰਿਹਾ ਕਿੰਨੇ 6 ਪੈਨਸਲ ਬਾਕਸ ਵੇਚ ਰਿਹਾ। ਇੱਕ ਪੈਨਸਲ ਬਾਕਸ ਦਾ ਮੁੱਲ ਕਿੰਨੇ ਦਾ ਲੈ ਕੇ ਆਇਆ ਸੀ 64 ਰੁਪਏ ਦਾ। 6 ਕਿੰਨੇ ਦੀ ਵੇਚ ਰਿਹਾ ਉਹ 64 ਦੀ। 6 ਨਾਲ ਗੁਣਾ ਕਰੀਏ ਆਪਾਂ ਕਿੰਨਾ ਆ ਜਾਊਗਾ 0 6 ਚੌਂਕਾ 24, 2 ਹੱਥ ਲੱਗਾ 36 37 38। ਤਾਂ ਇਹ ਮੇਰੇ ਹਿਸਾਬ 'ਤੇ ਇੱਕ ਮਿੰਟ ਆਪਾਂ ਗਲਤ ਨਹੀਂ ਕਰਨਾ, ਇਹ ਆ ਜਾਊਗਾ ਭਾਈ 384। ਠੀਕ ਹੈ, ਜਿੰਨੇ ਦਾ ਮੁੱਲ 'ਚ ਪਹਿਲਾਂ ਲੈ ਕੇ ਆਇਆ ਸੀ ਉਹ ਲੈ ਕੇ 43 ਰੁਪਏ 2 ਆਪਾਂ ਮੁੱਲ ਕੱਢ ਲਿਆ ਸੀ। ਫਿਰ 43.2 ਦੀ ਲੈ ਕੇ 45 ਦੇ ਵਿੱਚ 4% ਜੁੜਿਆ ਹੋਇਆ ਸੀ, ਉਹ ਆਪਾਂ ਕੱਢ ਲਏ ਸੀ। ਠੀਕ ਹੈ, ਫਿਰ ਆਪਾਂ ਨੂੰ ਪਤਾ ਲੱਗਾ 80 ਦੇ ਵਿੱਚ 20% ਜੁੜਿਆ ਹੋਇਆ ਕੱਢ ਲਿਆ ਸੀ ਕਿ ਮੰਗਰ ਵੈਲਿਊ ਕਿੰਨੀ ਰਹੇਗੀ। ਇੱਥੋਂ ਤੱਕ ਕਲੀਅਰ ਹੋ ਗਿਆ। ਹੁਣ ਆਪਾਂ ਨੂੰ ਜੋੜ ਦਿੰਦੇ ਹਾਂ 6 8 9 10 8 11 816। ਕਹਿੰਦਾ ਮਤਲਬ ਕਿ ਉਹ ਆਹ ਸਾਰੀਆਂ ਚੀਜ਼ਾਂ 816 ਰੁਪਏ ਦੀਆਂ ਉਹਦੇ ਕੋਲ। ਵੇਚ ਕਿੰਨੇ ਨੇ ਰਿਹਾ ਹੈਗਾ 45 ਰੁਪਈਆਂ ਦੇ। ਕਿੰਨੇ ਬੈਕਸ 45 ਰੁਪਏ ਦੇ ਹਿਸਾਬ 'ਤੇ ਉਹ 10 ਬਾਕਸ ਵੇਚਦਾ ਹੈਗਾ, 19 ਬਾਕਸ ਹੀ ਵੇਚੂਗਾ। ਤਾਂ 450 ਰੁਪਏ ਦਾ ਇੱਧਰ ਵੱਟ ਲਿਆ ਉਹਨੇ। 80 ਰੁਪਏ ਦਾ ਪੈਨਸਲ ਬਾਕਸ ਲੈ ਕੇ ਆਓ, ਕਿੰਨੇ ਵੇਚ ਰਿਹਾ 6 ਰੁਪਏ ਵੇਚ ਰਿਹਾ। 8 6 48। ਠੀਕ ਹੈ, ਇਹ ਜੋੜ ਕੇ ਬਣ ਗਿਆ ਆਪਣੇ ਕੋਲ 0 930। ਹੁਣ ਇੱਥੋਂ ਸਾਰਾ ਕੁਛ ਕਲੀਅਰ ਹੋ ਗਿਆ ਨਾ। 816 ਵਾਲੀ ਚੀਜ਼ ਉਹ ਕਿੰਨੇ ਦੀ ਵੇਚ ਰਿਹਾ ਭਾਈ 816 ਵਾਲੀ ਚੀਜ਼ ਉਹ ਵੇਚ ਰਿਹਾ ਹੈਗਾ 930 ਰੁਪਈਆਂ ਦੀ। 816 ਵਾਲੀ ਚੀਜ਼ ਵੇਚ ਰਿਹਾ 930 ਰੁਪਈਆਂ ਦੀ। ਠੀਕ ਹੈ, ਕਿੰਨੇ ਟਾਈਮ ਤੱਕ ਵੇਚ ਰਿਹਾ ਉਹ 2 ਹਫ਼ਤਿਆਂ ਤੱਕ ਵੇਚੀ ਜਾਵੇ। ਕਹਿੰਦੇ ਜੇ ਇਹ ਇੱਕ ਦਿਨ 'ਚ 816 ਰੁਪਏ ਦੀ ਸੇਲ ਕਰਦਾ 930 ਰੁਪਏ ਵੱਟ ਲੈਂਦਾ। 816 ਰੁਪਏ ਦਾ ਸਮਾਨ ਲਿਆ ਕੇ ਰੱਖਣਾ ਦੁਕਾਨ 'ਤੇ, ਸ਼ਾਮ ਤੱਕ 930 ਰੁਪਏ ਵੱਟ ਲੈਂਦਾ। ਕਹਿੰਦੇ ਇਹੀ ਜੀ 14 ਦਿਨਾਂ ਤੱਕ ਕਰੇ, 2 ਹਫ਼ਤਿਆਂ ਤੱਕ ਕਰੇ ਤਾਂ 1 ਹਫ਼ਤੇ ਦੇ ਵਿੱਚ 7 ਦਿਨ ਹੁੰਦੇ ਆ, 2 ਹਫ਼ਤੇ ਦੇ ਵਿੱਚ 14 ਦਿਨ ਹੁੰਦੇ ਆ। ਤਾਂ ਇਹਨਾਂ ਦੀ ਜਦੋਂ ਆਪਾਂ ਗੁਣਾ ਕਰਾਂਗੇ, ਠੀਕ ਹੈ, ਜੋ 800 ਦੀ 16 ਦੀ 4 ਨਾਲ ਗੁਣਾ ਕਰਾਂਗੇ ਆਪਾਂ, ਜੇ 14 ਨਾਲ ਗੁਣਾ ਕਰਾਂਗੇ ਇੱਥੇ 14 ਗਾ, ਤਾਂ ਇਹ ਆ ਜਾਊਗਾ ਆਪਣੇ ਕੋਲ 11 424। ਅਤੇ ਜੋ 930 ਦੀ 14 ਨਾਲ ਗੁਣਾ ਕਰਾਂਗੇ ਇਹ ਆ ਜਾਊਗਾ 0 3 13020। ਠੀਕ ਹੈ, ਜਦੋਂ ਹੁਣ ਆਪਾਂ ਇਹਨਾਂ ਨੂੰ ਆਪਸ ਦੇ ਵਿੱਚ ਦੇਖਾਂਗੇ ਇਹਦਾ ਮਤਲਬ ਇੰਨੇ ਦਿਨਾਂ ਦੇ ਵਿੱਚ ਉਹਨੇ ਕਿੰਨੀ ਦੀ ਸੇਲ ਲਿਆਂਦੀ ਸੀ 11424 ਦੀ ਵਿੱਚ ਉਹਨੇ ਚੀਜ਼ਾਂ ਲਿਆਂਦੀਆਂ ਸੀ। ਕਿੰਨੇ ਨੇ ਵੇਚਤੀਆਂ 1320 ਰੁਪਏ ਨੇ ਉਹਨੇ ਚੀਜ਼ਾਂ ਵੇਚਤੀਆਂ। ਓਕੇ ਜੀ, ਅਤੇ ਬਸ ਹੁਣ ਇਹਦੇ ਵਿੱਚੋਂ ਮਾਈਨਸ ਕਰ ਦਿਓ। ਜੋ ਮਾਈਨਸ ਕਰੋਗੇ ਤੁਹਾਡੇ ਕੋਲ 1596 ਆਨਸਰ ਆ ਜਾਊਗਾ।
ओके, तो उन्हें कितना लाभ कमाया गा 1596 रुपये लाभ कमाया भाई। ठीक है, ये सवाल ध्यान ना कढ़ना, यह ਜਿਹੇ सवाल पेपर के जे ये नहीं आऊगा नाल दा मिलता जुलता जरूर आऊगा। तो यह सवाल चंगी तरह कर लो पुत्रो, 75वां सवाल है ये। ठीक है, क्योंकि जो तुम पिछे देखोगे पिछे तो तुहानूं दस्सिया कि जो मैथड मैं लगा रहा कोई भी मैथड तुहानूं मैथ के मिलना नहीं है, ये सारे रेशो वाले मैथड हैगी। ठीक है जी, 1596 का आंसर आऊगा। इस तो बाद आप चलते हैं अगले सवाल पर। देखो जवाक वाला काम है, जोड़ घटाओ आ सिंपल, और कुछ नहीं है ये। देखो जी, मैनू भी ना पुत्रो ये सवाल आई नहीं है कि पहले दिन ही आने लग गए थे। ठीक है, प्रैक्टिस नाल सवाल निकल लगते हैं, मेरे दिमाग के कॉन्सैप्ट बैठे हुए हैं। ठीक है, मैनू तुम कितों भी सवाल पा दो, कितों भी सवाल पा दो, मैं किमें ना किमें उत्ता थल्ला करके आंसर ले जाना। क्योंकि चक्कर ये है कि जिन्ना चेर अपने दिमाग के कॉन्सैप्ट नहीं पैंदा। देखो की कहता है, कहते अमन का खर्चा जोड़ा अमन का खर्चा है वो बिमल के खर्चे तो 30% अधिक है, तो बिमल का खर्चा जोड़ा वो रामन के खर्चे तो 10% घट है। ठीक है, तीनों का खर्चे का जो कितना कहते इन्ना। तो अमन का खर्च पता करो, कुछ नहीं करना, पहले सारे नाम लिख लो इकट्ठे। अमन, बिमल, तो तीसरा किहड़ा सी भाई रमन, तीन जाने हैं। कहते अमन का खर्च बिमल के खर्च तो 30% अधिक है। ठीक है, अमन का जो खर्च है यदा बिमल के नालों किन्ने वधदा गा 30% अधिक है, पर जो बिमल का खर्च है वो रमन के खर्च तो 10% घट है, ये तो 10% घट है। तो आप बैकग्राउंड चलो, रमन का खर्च 100 रख लो, रमन का खर्च कितना रख लो 100 रख लो। तो जो रमन का खर्च बिमल का खर्च है जो रमन के खर्च तो कितना घट है 10 घट है। रमन के खर्च रमन का जो आप 100 रख लिया तो यदा 10% घट कितना हो जाएगा 90। इस तो बाद कहते अमन का खर्च है जो बिमल के खर्च तो 30% अधिक है। अमन का खर्च जो बिमल के खर्च तो 30% अधिक है, तो बिमल का खर्चा किन्ने आ 90, 90 का 30% कट लेंगे आप, 9 तीया 27, 27 रुपये बढ़ता 90 के 27 जोड़े। तो कहने का मतलब कि जो 117 गा, जो 117 भाई यह की आ गया दा अमन का खर्चा। देखो कुछ नहीं करेना, आप ध्यान ना देखो हुण अमन का खर्च बिमल के खर्च तो 30% अधिक है, तो बिमल का खर्च रमन के खर्च तो 10% अधिक है। आप वो वैल्यू चक लो जिहदी वैल्यू 100 मननी है। आप तो जो आप देखा कि बिमल का खर्च है जोड़ा वो रमन के खर्च तो 10% घट है, तो आप की करें रमन ही चक लिया, पहले रमन का 100 मान लिया। आप जो बिमल है वह खर्च रमन तो 10% घट है, 100 का 10% घट कितना हो जाएगा 90 रेशो वाले मैथड के हिसाब से। इस तो जो बिमल आ गया कहते बिमल के खर्च है जिन्ना बिमल का खर्चा अमन का खर्च उस तो 30% अधिक है, तो 90 का आप 30% कट लिया, 30% 27 आ गया, 27 आप 90 में 27 जोड़ के टोटल बन गया 117। कहते इन्होंने सारिਆਂ ਦਾ जोग, इन्होंने सारिਆਂ ਦਾ जोग ये को 117 हिस्से, ये को 90 हिस्से, ये को 100 हिस्से, इन्होंने सारिਆਂ ਦਾ जोग कितना आ गया कहते 6447 आ गया। हुण आप की करो इन्होंने जोड़ लो, सारे जोड़ लो आप, ये बन गया 100 के 90 जोड़े 190, 190 के प्लस किया आप 117, भाग आ गया अपने को 307 हिस्से हो गए टोटल, 307 हिस्से हो गए, 307 हिस्सा की वैल्यू कितनी है 6447। तो की करो आप 6447 भाग कर दो 307 से, तो एक हिस्सा किन्ने का आ गया, एक हिस्सा आ गया 21 का, एक हिस्सा किन्ने का आ गया 21 का आ गया। जो 307 सारे टोटे इकट्ठे जोड़ के 1667 से वंडते तो एक हिस्से के किन्ने रुपये आ गए 21 रुपये आ गए। हिस्से के इन्हें पूछा कि अमन का पूछा तो 117 की 21 ना गुणा कर देंगे, जे बिमल का पूछता तो ये कोई 90 हिस्से, 21 की वैल्यू कितनी 21, 90 की 21 ना गुणा करते। रामन का पूछते तो रामन को कितनी हिस्से 100, 21 की वैल्यू कितनी 21, तो 100 गुणे 21 कर देंगे। हम आपको पूछे इन्होंने अमन की पूछी है, तो अमन को कितने है 117 हिस्से है, तो 117 जो आप गुणा 21 करा तो अपने को आ जाऊगा भाई 2457 आंसर आ जाऊगा। तो देखो रेशो वाले मैथड नाल करा रहा ना मैं थोनों, रेशो वाले मैथड नाल घटा रहा, होर कोई मैथड नहीं है अपने को नवा। देखो जी कहते पेट्रोल के मुल के 10% कमी होगी, मतलब अपने पेट्रोल आ 10% कमी करती। कहते किन्नी खपत आप जिन्नी जो कमी करती आप खर्च होर बढ़ाता। कहना मतलब जो पेट्रोल की कीमत 100 तो उन्होंने 90 करती, तो आप चक लिया मोटरसाइकिल लाने लगे गेड़े है कि होंगे पेट्रोल सस्ता ही है, तो भी आपको कोई फर्क नहीं पिया, अपना खर्चा उन्नी सी जिन्ना पहला हो गया। वो किमें कड्डा कहते पेट्रोल के मुल के 10% कमी होगी, 100 तो कितना हो गया मुल 90 हो गया। कहना मतलब कि 10 तो कितनी होगी वैल्यू
10 ਤੋਂ ਕਿੰਨੀ ਹੋ ਗਈ 9 ਹੋ ਗਈ। ਕਹਿੰਦੇ ਪਰ ਆਪਾਂ ਖਪਤ ਕਿੰਨੀ ਵਧਾ ਦੀ ਕੋਈ ਫਰਕ ਨਾ ਪਵੇ, ਤਾਂ ਜੋ 10 ਤੋਂ 9 ਹੋ ਗਿਆ ਤਾਂ ਆਪਾਂ 9 ਤੋਂ 10 ਖਰਚਾ ਵਧਾਤਾ ਉਹਦਾ। 90 ਥੱਲੇ ਬੈਲੈਂਸ ਹੋ ਜਾਏ, ਜਿਹੜਾ ਚੀਜ਼ ਬੈਲੈਂਸ ਹੋ ਜਾਏ ਤਾਂ ਇਹਨਾਂ ਡਿਫਰੈਂਸ ਆ ਜੂਗਾ 1। ਆਹ ਜੀ ਥੱਲੇ ਲਾ ਦੇ 9 ਗੁਣਾ 100, ਜੋ 100 ਨੂੰ 9 'ਤੇ ਵੰਡਾਂਗੇ ਆਪਾਂ 1 ਨਾਇਆ ਨਾ ਆ, 1 ਨਾਇਆ ਨਾ ਆ, 1 ਵੱਜ ਗਿਆ ਉੱਪਰ ਬਾਕੀ 11 ਇੱਧਰ ਲਾਤਾ 9, 11 ਸਹੀ 1/9 ਆਪਣਾ ਭਾਈ ਆਨਸਰ ਆ ਜੂਗਾ ਇਸ ਸਵਾਲ ਦਾ। ਠੀਕ ਹੈ ਜੀ। ਅਤੇ ਸੌਖੀ ਸਵਾਲ ਕੋਈ ਏਡੀ ਚੱਕਰ ਵਾਲੀ ਗੱਲ ਨਹੀਂ। ਕਨਸੈਪਟ ਤੁਹਾਨੂੰ ਦੱਸਿਆ ਕਿ ਰੇਸ਼ੋ ਵਾਲਾ ਮੈਥ ਕਨਸੈਪਟ ਜੇ ਦਿਮਾਗ 'ਚ ਬਹਿ ਗਿਆ ਤਾਂ ਸਵਾਲ ਕੱਢਣੇ ਕੋਈ ਔਖੀ ਗੱਲ ਨਹੀਂ ਹੈਗੀ, ਤੁਸੀਂ 2 ਮਿੰਟਾਂ 'ਚ ਕੱਢ ਕੇ ਮਾਰਿਆ ਕਰੋਗੇ। ਠੀਕ ਹੈ। ਇਸ ਤੋਂ ਬਾਅਦ ਆਪਾਂ ਅਗਲਾ ਸਵਾਲ ਕੱਢਦੇ ਹਾਂ ਭਾਈ। ਦੇਖੋ ਪੁੱਤਰੋ, ਅਗਲਾ ਸਵਾਲ ਆਪਣੇ ਕੋਲ ਆ ਗਿਆ। ਕਹਿੰਦੇ ਇੱਕ ਵਿਅਕਤੀ ਦੀ ਜਿਹੜੀ ਮਾਸਿਕ ਤਨਖਾਹ ਹੈਗੀ, ਇੱਕ ਬੰਦਾ ਹੈਗਾ ਉਹਦੀ ਮਹੀਨੇ ਤਨਖਾਹ 13,500 ਰੁਪਈਆ ਅਤੇ ਉਹਦਾ ਖਰਚ ਕਿੰਨਾ ਹੈਗਾ 9,000 ਰੁਪਈਆ। ਜਿਵੇਂ ਮਤਲਬ ਮੇਰੀ ਤਨਖਾਹ 13,500 ਰੁਪਈਆ ਮਿਲਦਾ ਹੋਵੇ, ਖਰਚ ਮੇਰਾ ਹੋਵੇ 9,000। ਅਗਲੇ ਸਾਲ ਕੀ ਹੋਇਆ, ਅਗਲੇ ਸਾਲ ਉਹਨਾਂ ਨੇ ਮੇਰੀ ਤਨਖਾਹ 14% ਵਧਾਤੀ, ਅਤੇ ਜਦੋਂ ਮੇਰੀ ਤਨਖਾਹ 14% ਵਧਾਤੀ ਤਾਂ ਮੈਂ ਖਰਚ ਵੀ 7% ਵਧਾਤਾ। ਠੀਕ ਹੈ। ਤਾਂ ਮੇਰੀ ਬੱਚਤ ਕਿੰਨੀ ਵੱਧ ਗਈ। ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮੈਥਡ ਕਿ ਜਿਹੜੀ ਤਨਖਾਹ ਹੁੰਦੀ ਹੈ ਬੱਚਿਓ, ਇਹ ਬਰਾਬਰ ਕਾਹਦੇ ਹੁੰਦੀ ਹੈ, ਖਰਚ ਪਲੱਸ ਬੱਚਤ। ਜਿਹੜੀ ਤਨਖਾਹ ਹੁੰਦੀ ਹੈ ਆਪਣੇ, ਇਹ ਕਾਹਦੇ ਬਰਾਬਰ ਹੁੰਦੀ ਹੈ, ਖਰਚ ਪਲੱਸ ਬੱਚਤ। ਹੁਣ ਜਿਵੇਂ ਉਹਦੀ ਪਹਿਲਾਂ ਕਿੰਨੀ ਤਨਖਾਹ ਸੀ 13,500 ਸੀ, ਖਰਚ ਕਿੰਨਾ ਕਰਦਾ ਸੀ ਉਹ 9,000, ਬੱਚਤ ਆਪਾਂ ਨੂੰ ਪਤਾ ਨਹੀਂ, ਤਾਂ ਜੇ ਬੱਚਤ ਕੱਢਾਂਗੇ ਤਾਂ ਬੱਚਤ ਤਾਂ ਇੱਧਰ ਹੀ ਰਹਿ ਜੂਗੀ। 13,500 ਦੇ ਵਿੱਚੋਂ ਆਪਾਂ 9,000 ਘਟਾ ਦਾਂਗੇ। ਜਦੋਂ 13,500 ਦੇ ਵਿੱਚੋਂ ਆਪਾਂ 9,000 ਘਟਾਤਾ ਤਾਂ ਇਹ ਆ ਜੂਗਾ 9 10 4500। ਤਾਂ ਉਹਦੀ ਬੱਚਤ ਕਿੰਨੀ ਸੀ ਪੁੱਤਰੋ 4500 ਸੀ। ਅਗਲੇ ਸਾਲ ਕੀ ਹੋਇਆ, ਅਗਲੇ ਸਾਲ ਕਹਿੰਦੇ ਕੀ ਹੋਇਆ, ਉਹਦੀ ਤਨਖਾਹ 14% ਵਧਾਤੀ, ਤਾਂ 13,500 ਦੀ ਜਦੋਂ ਆਪਾਂ 13,500 ਦੀ ਗੁਣਾ ਕਰਨੀ ਹੈ, ਤੁਸੀਂ 14% ਕੱਢੋਗੇ ਜਦੋਂ ਉਹਦਾ 13,500 ਦਾ, ਜਦੋਂ ਐਂ ਕਰੋ ਜਦੋਂ ਆਪਾਂ ਇਕੱਠੀ ਕੱਢਣੀ, ਜੇ ਟੋਟਲ ਜਿਹੜਾ ਇਕੱਲਾ ਇਕੱਲਾ ਹਿੱਸਾ ਇਕੱਲਾ ਕਰ, ਜੇ ਆਪਾਂ ਟੋਟਲ ਕੱਢਣਾ 14% ਵੱਧ ਗਿਆ, ਅਸਲ 'ਚ ਕਿੰਨਾ ਸੀ 100% ਸੀ ਅਸਲ ਦੇ ਵਿੱਚ, ਤਾਂ 114/100। ਕਹਿੰਦਾ ਉਹਦੀ ਤਨਖਾਹ ਕਿੰਨੀ ਵੱਧ ਗਈ, ਉਹਦੀ ਤਨਖਾਹ ਸਾਰਾ 14% ਵੱਧ ਗਈ। 100 ਤਾਂ ਵਧਣੀ ਸੀ, ਅਤੇ 100 ਤਾਂ ਹੈਗੀ ਸੀ ਉਹ ਤਨਖਾਹ, ਉਹਦੀ ਜੀ ਪ੍ਰੋਪਰ ਕੋਈ ਵੀ ਰਕਮ ਹੁੰਦੀ ਉਹ 100 ਦੇ ਬਰਾਬਰ ਹੁੰਦੀ ਹੈ, ਤਾਂ 14% ਉੱਪਰ ਵੱਧ ਗਈ, ਉਹਦੇ ਤਾਂ 114 ਹੋ ਗਿਆ। ਜੇ ਤੁਸੀਂ ਇੱਥੇ 100 ਗੁਣਾ ਇਕੱਲਾ 14/100 ਕਰ ਦੋਗੇ ਫਿਰ ਵੀ ਆਨਸਰ ਹੋਊਗਾ, ਫਿਰ ਤੁਹਾਨੂੰ 100 ਇਹਦੇ ਵਿੱਚ ਜੋੜਨਾ ਪਊਗਾ, ਤਾਂ ਤੁਹਾਨੂੰ ਉਸ ਹਿਸਾਬ 'ਤੇ ਕਰਵਾ ਦਿੰਦਾ, ਫਿਰ ਤੁਸੀਂ ਉਲਝ ਜਾਓਗੇ। ਠੀਕ ਹੈ। 13,500 ਗੁਣਾ 14/100, ਕਿ 13,500 ਦਾ 14% ਕਿੰਨਾ ਹੈਗਾ ਉਹ ਦੱਸਣਾ ਹੁਣ ਆਪਾਂ। ਤਾਂ ਭਾਈ ਜ਼ੀਰੋਆਂ ਨਾਲ ਜ਼ੀਰੋਆਂ ਕੱਟੀਆਂ ਗਈਆਂ, ਅਤੇ 135 ਗੁਣਾ 14 ਆ ਗਿਆ 1,890। ਇਹਦਾ ਕਿੰਨਾ ਪਰਸੈਂਟ 1,890 ਰੁਪਏ ਵੱਧ ਗਏ ਕਾਹਦੇ ਵਿੱਚ, ਇਹਦੇ ਵਿੱਚ। ਤਾਂ ਇਹ ਕਿੰਨੀ ਹੋ ਗਈ ਤਨਖਾਹ ਭਾਈ, ਹੁਣ ਇਹ ਵੱਧ ਕੇ ਹੋ ਗਈ 153,90। ਠੀਕ ਹੈ। ਹੁਣ ਤਨਖਾਹ ਕਿੰਨੀ ਵੱਧ ਗਈ ਜੀ 153,90 ਹੋ ਗਈ। ਤਾਂ ਹੁਣ ਆਪਾਂ 153,90 ਸਿੱਧੀ ਲਿਖ ਲੈਂਦੇ ਇੱਥੇ। ਇਹ ਮਤਲਬ ਕਾਪੀ ਚੱਕ ਲਿਆ ਕਰੋ ਜਿਹੜੇ ਵੱਡੇ ਸਵਾਲ ਹੁੰਦੇ ਆ। 153,90 ਦਾ ਆਪਾਂ ਨੂੰ ਪਤਾ ਲੱਗ ਗਿਆ ਵੀ ਤਨਖਾਹ ਹੋ ਗਈ, ਪਲੱਸ ਖਰਚ ਕਿੰਨਾ ਕਰ ਰਿਹਾ ਸੀ ਪਿਛਲੀ ਵਾਰ ਉਹ 9,000, ਅਤੇ ਖਰਚ ਕਿੰਨਾ ਵੱਧ ਗਿਆ ਉਹਦਾ 7%। 0,9,763, ਤਾਂ 630 ਰੁਪਏ ਵੱਧ ਗਏ 7% ਦੇ ਹਿਸਾਬ ਨਾਲ। ਤਾਂ ਕਿੰਨਾ ਹੋ ਗਿਆ, ਤਾਂ ਖਰਚ ਕਿੰਨਾ ਵੱਧ ਗਿਆ 9630। 9,000 ਦੇ ਵਿੱਚ ਜੋੜੇ 9630 ਪਲੱਸ ਬੱਚਤ। ਜਦੋਂ ਹੁਣ ਆਪਾਂ ਬੱਚਤ ਕੱਢਾਂਗੇ, ਤਾਂ ਬੱਚਤ ਕੱਢਣ ਵਾਸਤੇ ਆਪਾਂ ਕੀ ਕਰਦੇ ਹੁੰਦੇ ਆ ਭਾਈ, ਬੱਚਤ ਕੱਢਣ ਵਾਸਤੇ ਆਪਾਂ 153,90 ਦੇ ਵਿੱਚੋਂ 9630 ਘਟਾ ਦਾਂਗੇ, ਬੱਚਤ ਰਹਿ ਜੂਗੀ ਇੱਧਰ, ਅਤੇ ਕਿੰਨਾ ਆ ਜੂਗਾ ਇਹ 5760। ਸਾਰਾ ਰੌਲਾ ਨਿਬੜ ਗਿਆ, ਸਵਾਲ ਨਿਕਲ ਗਿਆ ਸਾਰਾ। ਇਹਨੇ ਪੁੱਛਿਆ ਕੀ ਆਪਾਂ ਤੋਂ, ਇਹਨੇ ਪੁੱਛਿਆ ਸੀ ਕਹਿੰਦੇ ਉਸ ਦੀ ਬੱਚਤ ਕਿੰਨੀ ਵੱਧ ਗਈ। ਪਹਿਲਾਂ ਉਹਦੀ ਬੱਚਤ ਕਿੰਨੀ ਸੀ 4500 ਸੀ, ਹੁਣ ਕਿੰਨੀ ਬੱਚਤ ਵੱਧ ਗਈ ਉਹਦੀ 5760 ਰੁਪਏ। ਹੁਣ ਡਿਫਰੈਂਸ ਕੱਢ ਲਓ ਇਹਨਾਂ ਦਾ, ਡਿਫਰੈਂਸ ਕਿੰਨਾ ਆ ਜੂਗਾ 1260। ਵਧਿਆ ਕਿਤੋਂ ਹੈ 4500 ਤੋਂ, ਗੁਣਾ ਪਰਸੈਂਟ ਕੱਢਣ ਵਾਸਤੇ 100, ਜ਼ੀਰੋ ਨਾਲ ਜ਼ੀਰੋ ਕੱਢेंगे, 1260 ਨੂੰ 45 'ਤੇ ਵੰਡਿਆ, ਆ ਗਿਆ ਆਪਣੇ ਕੋਲੇ 28% ਆਨਸਰ ਆ ਗਿਆ ਭਾਈ ਇਹਦਾ। ਠੀਕ ਹੈ। 28% ਆਨਸਰ ਆ ਗਿਆ। ਕੁਛ ਨਹੀਂ ਹੈਗਾ, ਸਿਰਫ ਇਕੱਲੀ ਜੋੜ ਘਟਾਓ ਹੈ। ਓਕੇ, ਕੀ ਹੈ ਇਕੱਲੀ ਜੋੜ ਘਟਾਓ ਆ, ਹੋਰ ਇਹਦੇ 'ਚ ਕੋਈ ਚੀਜ਼ ਨਹੀਂ ਹੈਗੀ ਪੁੱਤਰੋ। ਠੀਕ ਹੈ।
ਇਸ ਤੋਂ ਬਾਅਦ ਆਪਾਂ ਲਾਸਟ ਸਵਾਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਸਵਾਲ ਇਹਦੀ ਲੱਗੀ ਹੈ, ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਕੱਢਣ ਦੀ। ਠੀਕ ਹੈ ਜੀ। ਦੇਖੋ ਪੁੱਤਰੋ, ਅਗਲਾ ਸਵਾਲ ਪਾਤਾ ਇਹਨਾਂ ਨੇ ਆਪਾਂ ਨੂੰ। ਇਹਦੇ ਵਿੱਚ ਕੀ ਕਹਿੰਦੇ ਆ, ਕਹਿੰਦੇ ਕਿਸੇ ਬਾਲਟੀ ਦਾ ਜਿਹੜਾ ਮੁੱਲ ਆ ਭਾਈ, ਕੋਈ ਬਾਲਟੀ ਆ ਉਹਦੇ ਵਿੱਚ 66.2 ਸਹੀ ਪਾਣੀ ਪਾਉਣਾ ਸੀ। ਇਹਦੇ ਵਿੱਚ ਕਿੰਨਾ ਪਾਉਣਾ ਸੀ? 66 ਸਹੀ 2/3% ਪਾਣੀ ਪਾਉਣਾ ਸੀ, ਪਰ ਉਹਦੀ ਬਜਾਏ ਉਹਨਾਂ ਨੇ ਕਿੰਨਾ ਪਾਣੀ ਪਾਤਾ? 80% ਪਾਤਾ। ਜਦੋਂ 80% ਪਾਣੀ ਪਾਤਾ ਤਾਂ 2 ਲੀਟਰ ਪਾਣੀ ਆਟੋਮੈਟਿਕ ਹੀ ਵੱਧ ਗਿਆ ਕਹਿੰਦੇ। ਤਾਂ ਬਾਲਟੀ ਪਤਾ ਕਰੋ ਕਿ ਬਾਲਟੀ ਕਿੰਨੇ ਦੀ ਹੈ। ਦੇਖੋ ਇਹ ਸਵਾਲ ਦੇ ਆਪਾਂ ਨੇੜੇ ਜਿਹੜੇ ਪਹੁੰਚਾਂਗੇ ਆਪਸ਼ਨ ਦੇ ਹਿਸਾਬ 'ਤੇ। ਸਭ ਤੋਂ ਪਹਿਲਾਂ ਹੱਲ 66 ਸਹੀ 2/3 ਨੂੰ ਜਦੋਂ ਆਪਾਂ ਤੋੜਾਂਗੇ ਕੀ ਬਣ ਜੂਗਾ? 200 ਛੱਡ 198 200/3। ਜਦੋਂ ਆਪਾਂ 200 ਨੂੰ 3 'ਤੇ ਵੰਡਾਂਗੇ ਤਾਂ ਆਪਣੇ ਕੋਲ ਆ ਜੂ 36 18 66। ਤਾਂ ਆਹ ਸਾਰੀ ਚੀਜ਼ ਦੀ ਜਿਹੜੀ ਆ ਬਾਲਟੀ ਆ ਭਾਈ, ਇਹਦੀ ਵੈਲੂ ਕਿੰਨੀ ਆ ਗਈ? 66.66 ਆ ਗਈ। ਜੋ 66.66 ਬਾਲਟੀ ਭਰੀ ਸੀ, ਇੰਨੇ % ਬਾਲਟੀ ਭਰੀ ਹੋਈ ਸੀ, ਪਰ ਇੰਨੀ ਭਰਨੀ ਤਾਂ ਇੰਨੀ ਸੀ, ਭਰਤੀ ਉਹਨਾਂ ਨੇ 80%। ਕਹਿੰਦੇ 80% ਭਰਤੀ ਤਾਂ ਉਹਦੇ ਨਾਲ ਕਿੰਨਾ ਫਰਕ ਪੈ ਗਿਆ? ਉਹਨਾਂ ਕਹਿੰਦਾ 2 ਲੀਟਰ ਪਾਣੀ ਹੋਰ ਪੈ ਗਿਆ। ਤਾਂ ਆਪਾਂ ਕੀ ਕਰੀਏ? ਡਿਫਰੈਂਸ ਦੇਖ ਲਿਆ ਦੋਨਾਂ ਦਾ ਆਪਾਂ। ਕਿਹਦਾ 80 ਮਾਈਨਸ 66.66 ਜਦੋਂ ਆਪਾਂ ਕਰਤਾ ਤਾਂ 1334 ਡਿਫਰੈਂਸ ਆ ਗਿਆ, 1334%। ਅਤੇ ਕਾਹਦੇ ਬਰਾਬਰ ਆ ਗਿਆ ਇਹ? 2 ਲੀਟਰ ਦੇ, ਕਿਉਂਕਿ ਇੰਨਾ ਵਧਣ ਦੇ ਨਾਲ 2 ਲੀਟਰ ਪਾਣੀ ਵੱਧ ਗਿਆ ਸੀ ਆਪਣਾ। ਠੀਕ ਹੈ। ਤਾਂ 1 ਲੀਟਰ ਪਾਣੀ ਦੀ ਜਿਹੜੀ ਵੈਲੂ ਹੈਗੀ ਉਹ ਆਪਾਂ ਕੱਢ ਲਈ। 1 ਲੀਟਰ ਪਾਣੀ ਦੀ ਵੈਲੂ ਆ ਗਈ 6.67% ਆ, ਜਿਹੜਾ 1 ਲੀਟਰ ਦੇ ਬਰਾਬਰ ਹੈ। ਬਾਲਟੀ ਦਾ 6.67% 1 ਲੀਟਰ ਦੇ ਬਰਾਬਰ ਆ ਭਾਈ। ਓਕੇ ਜੀ। 6.67% ਦੇ ਵਿੱਚ 1 ਲੀਟਰ ਆਉਂਦਾ। ਅਤੇ ਬਾਲਟੀ ਕਿੰਨੇ % ਹੋਊਗੀ? ਬਾਲਟੀ ਹੋਊਗੀ 100%। ਤਾਂ ਆਪਾਂ 6.67 ਦੀ ਕਿੰਨੇ ਨਾਲ ਗੁਣਾ ਕਰੀਏ ਕਿ ਆਪਾਂ 100% ਦੇ ਨੇੜੇ ਤੇੜੇ ਪਹੁੰਚ ਜਾਈਏ। ਤਾਂ ਆਪਸ਼ਨਾਂ ਦਿੱਤੀਆਂ ਹੋਈਆਂ ਆਪਾਂ ਨੂੰ 10 ਲੀਟਰ, 15 ਲੀਟਰ, 16.5, 20 ਲੀਟਰ। ਤਾਂ ਆਪਾਂ ਜਦੋਂ 6.67 ਦੀ ਗੁਣਾ 15 ਨਾਲ ਕਰਕੇ ਦੇਖੀਏ ਤਾਂ ਇਹ ਆਪਾਂ ਵਾਗੇ 100 ਲੀਟਰ ਦੇ ਨੇੜੇ ਤੇੜੇ। ਕਿਹਦੇ ਵਾਗੇ? 100 ਲੀਟਰ ਦੇ ਨੇੜੇ ਤੇੜੇ ਵਾਗੇ। ਕਹਿਣ ਦਾ ਮਤਲਬ ਜਿਹੜਾ ਆਪਣਾ ਆਨਸਰ ਹੈਗਾ ਉਹ ਆਊਗਾ 15 ਲੀਟਰ। ਤਾਂ ਜਿਹੜੀ ਉਹ ਬਾਲਟੀ ਹੈ ਭਾਈ, ਉਹ ਕਿੰਨੇ ਦੀ ਹੈ? 15 ਲੀਟਰ ਦੀ ਬਾਲਟੀ ਹੈਗੀ। ਠੀਕ ਹੈ ਜੀ। ਅਤੇ ਇਹ ਬਸ ਆਪਣਾ ਆਨਸਰ ਸੀ, ਅਤੇ ਉਲਝਣ ਦੀ ਲੋੜ ਨਹੀਂ ਸਵਾਲ ਦੇ ਵਿੱਚ ਬਾਰੇ 'ਚ। ਓਕੇ ਜੀ। ਜੇ ਕਿਸੇ ਤਰ੍ਹਾਂ ਦੀ ਫਿਰ ਵੀ ਕੋਈ ਘੱਟ ਵੱਧ ਲੱਗੀ ਤਾਂ ਤੁਸੀਂ ਪੁੱਛ ਸਕਦੇ ਹੋ, ਦੁਬਾਰਾ ਵੀ ਕਢਵਾ ਦੂੰਗਾ। ਪਰ ਅੱਧੇ ਸਵਾਲ ਆਈ ਨਿਕਲਦੇ ਹੁੰਦੇ ਜਿਵੇਂ ਮੈਂ ਤੁਹਾਨੂੰ ਕੱਢ ਕੇ ਦਿੱਤੇ ਆ। ਇਸ ਤੋਂ ਬਾਅਦ ਆਪਾਂ 80ਵਾਂ ਸਵਾਲ, ਲਾਸਟ ਸਵਾਲ ਇੱਕ ਹੋਰ ਕਰਵਾ ਦਿੰਦਾ, ਦੇਖ ਲਓ। ਦੇਖੋ ਜੀ, ਇਹ ਸਵਾਲ ਦੇ ਵਿੱਚ ਕੀ ਕਿਹਾ ਇਹਨਾਂ ਨੇ। ਕਹਿੰਦੇ 50 ਕਿਲੋਗ੍ਰਾਮ ਸ਼ੀਸ਼ਾ ਅਤੇ 50 kg ਹੈ, 50 ਕਿਲੋ ਦਾ ਇੱਕ ਗੱਟਾ ਸਮਝ ਲਓ, ਉਹਦੇ ਵਿੱਚ ਸ਼ੀਸ਼ਾ ਵੀ ਹੈ, ਟਨ ਵੀ ਹੈ। ਠੀਕ ਹੈ। ਇਹਦੇ ਵਿੱਚ ਕਹਿੰਦਾ 60% ਸ਼ੀਸ਼ਾ ਹੈਗਾ। 50 ਕਿਲੋ ਦੇ ਵਿੱਚ 60% ਸ਼ੀਸ਼ਾ ਹੈਗਾ। ਤਾਂ ਕਿੰਨਾ ਹੋ ਗਿਆ? 50 ਕਿਲੋ ਦਾ 60% 30 kg। 30 kg ਕੀ ਹੈ? ਸ਼ੀਸ਼ਾ ਪਲੱਸ ਮਗਰ ਕਿੰਨਾ ਰਹਿ ਗਿਆ? 20 kg। 20 kg ਕੀ ਹੋਊਗਾ ਫਿਰ? 10 ਹੋਊਗਾ। ਕਹਿੰਦੇ ਇਹਦੇ ਵਿੱਚ ਹੋਰ ਕਿੰਨਾ ਮਿਸ਼ਰਣ ਮਿਲਾਇਆ ਜਾਵੇ ਕਿ ਜਿਹੜਾ ਸ਼ੀਸ਼ਾ ਉਹ 75% ਹੋ ਜੇ। ਓਕੇ ਜੀ। ਦੇਖੋ ਆਹ ਤਾਂ ਆਪਾਂ ਕੱਢ ਲਿਆ 30 20 ਤਾਂ। ਕਹਿੰਦੇ 75 ਹੋਰ ਕਿੰਨਾ ਮਿਲਾਇਆ ਜਾਵੇ? 75% ਔਰ ਕਿਹਦੇ 'ਚ ਮਿਲਾਇਆ ਜਾਵੇ ਕੀ ਹੋ ਜੇ? ਤਾਂ ਆਪਾਂ ਐਂ ਕਰੋ, ਇਹ ਦੂਸਰੀਆਂ ਚੀਜ਼ਾਂ ਕੱਢਣ ਦੇ ਨਾਲੋਂ ਨਾ ਆਪਾਂ ਪਰਸੈਂਟ ਹੀ ਕੱਢ ਲੈਂ, ਕਿਉਂਕਿ ਇੱਥੇ 3% ਦਿੱਤਾ ਪਿਆ ਹੈਗਾ। ਫਿਰ ਆਪਾਂ ਉਲਝ ਜਾਵਾਂਗੇ ਪਰਸੈਂਟੇਜ ਦੇ ਵਿੱਚ, ਹੈ ਨਾ। ਦੇਖੋ 60% ਕੀ ਹੈਗਾ? ਸ਼ੀਸ਼ਾ। ਕਿੰਨਾ 'ਚੋਂ? 100% ਦੇ ਵਿੱਚੋਂ। ਠੀਕ ਹੈ। ਇਹ ਕਹਿੰਦੇ ਹੋਰ ਕਿੰਨਾ ਮਿਸ਼ਰਣ ਮਿਲਾਇਆ ਜਾਵੇ ਕਿ ਸ਼ੀਸ਼ੀ ਪੁੱਛਿਆ ਇੱਥੇ ਇਹਨਾਂ ਨੇ ਕਿ ਸ਼ੀਸ਼ਾ 75% ਹੋ ਜੇ। ਤਾਂ 75 ਲਿਖ ਲਓ ਇੱਥੇ। ਇੱਕ ਮਿੰਟ। ਤਾਂ ਇੱਥੇ ਲਿਖ ਲਓ 75%। ਐਂ ਕਰ ਦਿਓ 75 40 ਰੱਖ ਦਿਓ। 100 ਚੋਂ 75 ਘਟਾਏ ਕਿੰਨੇ ਰਹਿ ਗਏ? 25। 60 ਚੋਂ 75 ਘਟਾਏ ਕਿੰਨੇ ਰਹਿ ਗਏ? 15। ਠੀਕ ਹੈ। ਇਹ 15 ਦੇ 25 ਆ ਗਏ। 5 5 25, 5 30 15। ਇੱਕ ਦੀ ਰੇਸ਼ੋ 5 ਆ ਗਈ, ਇੱਕ ਦੀ 3 ਰੇਸ਼ੋ 3 ਆ ਗਈ। ਠੀਕ ਹੈ। ਅਤੇ ਇਹ ਆ ਗਿਆ ਆਪਣੇ ਕੋਲ ਸ਼ੀਸ਼ਾ, ਅਤੇ ਆ ਕੀ ਆ ਗਿਆ ਆਪਣੇ ਕੋਲ? 10। ਇਹ ਤੁਹਾਨੂੰ ਪਤਾ ਹੀ ਹੈ ਸ਼ੀਸ਼ਾ 10 ਹੈ। ਅਤੇ ਕਿੰਨਾ? 50 kg ਹੈ। ਟੋਟਲ ਕਿੰਨਾ ਹੈਗਾ? 50 kg। ਤਾਂ ਇਹਨੂੰ 50 ਬਣਾਉਣ ਵਾਸਤੇ ਕਿਵੇਂ ਕਰੀਏ? 5 ਦੀ ਕਿੰਨੇ ਨਾਲ ਗੁਣਾ ਕਰੀਏ? 10 ਨਾਲ। ਤਾਂ 50 kg ਬਣ ਜੂਗਾ। ਅਤੇ 10 ਨਾਲ ਹੀ ਗੁਣਾ ਇੱਧਰ ਕਰ ਦਿਓ 30 kg। ਤਾਂ ਇਹਦੇ ਵਿੱਚ ਜੇ ਆਪਾਂ
30 ਕਿਲੋਗ੍ਰਾਮ ਸ਼ੀਸ਼ਾ ਹੋਰ ਮਿਲਾ ਦਈਏ ਤਾਂ ਜਿਹੜਾ ਮਿਸ਼ਰਣ ਉਹ 75% ਸ਼ੀਸ਼ੇ ਦੀ ਹੋ ਜਾਊਗਾ। ਠੀਕ ਹੈ, ਇਹ ਜਿਹੀ ਪੋਜੀਸ਼ਨ ਭਾਈ ਅੱਗੇ ਆਪਾਂ ਹੋਰ ਵੀ ਨਾਲ ਪੋਜੀਸ਼ਨ ਅੱਗੇ ਕਰਾਂਗੇ। ਅਤੇ ਬਾਕੀ ਪੋਜੀਸ਼ਨ ਤੁਸੀਂ ਆਪ ਕੱਢ ਕੇ ਦੇਖਿਓ। ਜੇ ਤੁਹਾਨੂੰ ਭਾਈ ਅਗਲੇ ਪੋਜੀਸ਼ਨ ਆ ਗਏ ਸਮਝ, ਫਿਰ ਤੁਸੀਂ ਮੈਨੂੰ ਦੱਸ ਦਿਓ। ਜੇ ਤੁਹਾਨੂੰ ਅਗਲੇ ਸਮਝ ਨਹੀਂ ਹੈ 100 ਤੱਕ, ਓਨਲੀ 100 ਤੱਕ, ਠੀਕ ਹੈ, ਕਿਉਂਕਿ ਉਹ 100 ਹੀ ਕਰਾਂਗੇ, ਤੋਂ ਬਾਅਦ ਆਪਾਂ ਅਗਲੇ ਫੇਰ ਕਰਾਂਗੇ ਅੱਗੇ ਟੈਸਟਾਂ ਦੇ ਵਿੱਚ। ਜੇ 100 ਤੱਕ ਕਿਸੇ ਨੂੰ ਕੋਈ ਸਮਝ ਆ ਗਿਆ ਤਾਂ ਦੱਸ ਦਿਓ, ਜੇ ਨਹੀਂ ਮੈਨੂੰ ਵੀਡੀਓ ਤੱਕ ਦੱਸ ਦਿਓ ਵੀ ਸਾਨੂੰ ਆਹ ਚੀਜ਼ ਸਮਝ ਨਹੀਂ, ਮੈਂ ਦੁਬਾਰੇ ਕਢਵਾ ਦੂੰਗਾ, ਅਲੱਗ ਤੋਂ ਲੈਕਚਰ ਲਾ ਦੂੰਗਾ। ਠੀਕ ਹੈ, ਅਤੇ ਇਸ ਤੋਂ ਬਾਅਦ ਆਪਣਾ ਲੈਕਚਰ ਲੱਗਣ ਲੱਗਿਆ ਪ੍ਰੋਫਿਟ ਲਾਸ ਦਾ। ਬਈ ਧਿਆਨ ਨਾਲ ਲਾਉਣਾ ਉਹ ਲੈਕਚਰ ਵੀ ਸਾਰਿਆਂ ਨੇ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਕਿਉਂਕਿ ਇੰਨੀ ਮਿਹਨਤ ਕਰਕੇ ਵੀਡੀਓ ਬਣਾਉਣੀ ਪੈਂਦੀ ਹੈ, ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਭਾਈ। ਇਕੱਲੀ ਆਪਣੀ ਮੈਥ ਦੀ ਵੀਡੀਓ ਲੰਬੀ ਜਾਂਦੀ ਹੈ, ਬਾਕੀ ਵੀਡੀਓ ਤਾਂ ਆਪਣੀਆਂ ਹਿਸਾਬ ਜਿਹੜੀਆਂ ਹੁੰਦੀਆਂ। ਓਕੇ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ।